ਹਰ ਹਰ ਤੇਰੀ ਸੁਣ ਸੁਣ ਹੋਵੈ ਪਰਮ ਗਤ ਮੇਰੀ। ਜਲਨ ਬੁਝੀ ਸੀਤਲ ਹੋਏ ਮਨੁਆ ਸਤਿਗੁਰ ਕਾ ਦਰਸ਼ਨ ਪਾਏ ਜੀਓ। ਹਮ ਸੰਤਨ ਕੀ ਰੇਣ ਪਿਆਰੇ ਹਮ ਸੰਤਨ ਕੀ ਸਰਣਾ। संत हमारी ओट सताणी संत हमारा गहना। हम संतन स्यों बण आई पूरब लिखिया पाई। एहो मन तेरा भाई संतन स्यों मेरी लेवा देवे। संतन स्यो ब्योहारा संतन स्यो हम लाहा खाटिया। हर भगत भरे भंडारा संतन मोका पूंजी सौंपे। तो उतरिया मन का धोखा धर्म राय अब कहा करेगो। जाओ फाटियो सगलो लेखा महा आनंद भय सुख पाया। संतन कै प्रसादे कहो नानक हर स्यों मन मानिया। रंग रते बिसमादे। हर जेठ जुड़ंदा लोड़िए जैसे अगे सब मन। हर सजन दान लगिया किसे न दे बन। हर जेठ जुड़ंदा लोड़िए जैसे अगे सब मन। हर सजन दान लगिया किसी ना दे बन। वाहिगुरु जी का खालसा वाहिगुरु जी की फतेह। दसां पातशाहियां दी जोत पतत पावन भगत वत्सल अंतरजामी दीन दयाल मेहरबान धन श्री गुरु ग्रंथ साहिब जी महाराज सतगुरां दी पावन पवित्र हजूरी अंदर सतगुरु जी दे दरों घरों वरसाए होए बहुत ही सत्कारयोग महापुरख जिन्हां ने जिथे अपने जीवन दे विच सिमरन भजन कीता गुरु की सिक्खी कमाई उथे देश की भी महान सेवा की। देश भगत गुरु के प्यारे सत्कारयोग संत बाबा विसाखा सिंह जी तिन्हां महापुरखां दे पावन जन्म अस्थान ते सारा ही नगर ददेर साहिब गुरु कीआं संगतां गरीब नवाज साहब जी के चरणों का ओट आसरा लैंदियां होइयां तुरकी बाणी दे श्री अखंड पाठ साहब आरंभ होए जिन्हां दे साध संगत जी भोग संपूर्ण होए हैं। और अज जेठ महीने की संगरांद का दिहाड़ा है। जेठ का महीना आरंभ होया है। 12 महाबाणी का पाठ भी महाराज साहब जी की हजूरी अंदर होया है क्योंकि ये गुरु घर की मर्यादा है। सतगुरु पंचम पातशाह धन श्री गुरु अर्जन देव साहब महाराज ने आग्या की सी गुरसिखां नूं। जिस वेले आप जी ने बाबा बुढ़ा साहब जी दे बेनती करन तो श्री अमृतसर साहिब विखे जिथे श्री मंजी साहिब दीवान हाल है उहदे बार-बार वो स्थान साध संगत जी संगमरमर का पालकी साहिब बनिया होया है।
ਜਦੋਂ ਆਪਾਂ ਜੋੜੇ ਘਰ ਦੇ ਵਿੱਚ ਜੋੜੇ ਜਮ੍ਹਾਂ ਕਰਾ ਕਰਕੇ ਤੇ ਸ੍ਰੀ ਦਰਬਾਰ ਸਾਹਿਬ ਵੱਲ ਨੂੰ ਜਾਂਦੇ ਹਾਂ, ਸੱਜੇ ਹੱਥ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦਾ ਲੰਗਰ ਹੈ ਤੇ ਖੱਬੇ ਹੱਥ ਦੀਵਾਨ ਹਾਲ ਹੈ ਗੁਰਦੁਆਰਾ ਸ੍ਰੀ ਮੰਜੀ ਸਾਹਿਬ। ਉਹਦੇ ਬਾਰ-ਬਾਰ ਨਾਲ ਹੀ ਉਹ ਸੰਗਮਰਮਰ ਦਾ ਪਾਲਕੀ ਸਾਹਿਬ ਬਣਿਆ ਹੋਇਆ ਹੈ। ਉਹਦੇ ਥੜੇ ਉੱਤੇ ਸਾਰਾ ਇਤਿਹਾਸ ਲਿਖਿਆ ਹੋਇਆ ਵੀ ਇਸ ਥਾਂ ਦੇ ਉੱਤੇ ਪੰਚਮ ਪਾਤਸ਼ਾਹ ਜੀ ਨੇ ਸੰਗਤ ਵਿੱਚ ਬੈਠ ਕੇ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਬੇਨਤੀ ਕੀਤੀ ਸੀ ਤਾਂ ਮਹਾਰਾਜ ਨੇ ਮਾਝ ਰਾਗ ਦੇ ਅੰਦਰ ਇਹ 12 ਮਹੀਨਿਆਂ ਦਾ ਉਪਦੇਸ਼ ਬਖਸ਼ਣ ਵਾਲੀ ਬਾਣੀ ਉਚਾਰਨ ਕੀਤੀ, ਜਿਸ ਦਾ ਸਿਰਲੇਖ ਹੈ 12 ਮਾਹ, 12 ਮਹੀਨਿਆਂ ਦਾ ਉਪਦੇਸ਼। ਪਹਿਲਾ ਸਤਿਗੁਰੂ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਤੁਖਾਰੀ ਰਾਗ ਦੇ ਅੰਦਰ ਇਹ ਬਾਣੀ ਉਚਾਰਨ ਕੀਤੀ। ਫਿਰ ਸਤਿਗੁਰੂ ਪੰਚਮ ਪਾਤਸ਼ਾਹ ਜੀ ਨੇ ਸੁਖੈਨ ਰੂਪ ਦੇ ਵਿੱਚ, ਜਿਸ ਨੂੰ ਪੜ੍ਹਨ ਦੇ ਨਾਲ, ਪੜ੍ਹਨ ਮਾਤਰ ਦੇ ਨਾਲ ਹੀ ਉਪਦੇਸ਼ ਦੀ ਸਮਝ ਪੈ ਜਾਵੇ, ਐਸੀ ਬਾਣੀ ਉਚਾਰਨ ਕੀਤੀ। ਔਰ 12 ਹੀ ਮਹੀਨਿਆਂ ਦਾ ਮਹਾਤਮ ਉਪਦੇਸ਼ ਸਿੱਖਿਆ ਇਸ ਪਵਿੱਤਰ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ। ਇਸ ਅੰਮ੍ਰਿਤ ਬਾਣੀ ਦਾ ਪਾਠ ਵੀ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤਾ ਤੇ ਗੁਰੂ ਮਹਾਰਾਜ ਪੰਜਵੇਂ ਪਾਤਸ਼ਾਹੀ ਨੇ ਆਗਿਆ ਕੀਤੀ ਵੀ ਗੁਰਸਿੱਖੋ, ਜਦੋਂ ਵੀ ਮਹੀਨਾ ਆਰੰਭ ਹੋਵੇ, ਸੰਗਰਾਂਦ ਦਾ ਦਿਹਾੜਾ ਹੋਵੇ, ਜਿੱਥੇ ਹੋਰ ਬਾਣੀ ਦਾ ਨਿਤਨੇਮ ਕਰਨਾ ਹੈ, ਉਥੇ ਸੰਗਰਾਂਦ ਵਾਲੇ ਦਿਹਾੜੇ ਤੇ ਵਿਸ਼ੇਸ਼ ਰੂਪ ਦੇ ਵਿੱਚ 12 ਮਾਹ ਬਾਣੀ ਦਾ ਪਾਠ ਕਰਨਾ ਹੈ। ਕੜਾ ਪ੍ਰਸ਼ਾਦ ਦੀ ਦੇਗ ਤਿਆਰ ਕਰਕੇ ਸੰਪੂਰਨ 12 ਮਾਹ ਬਾਣੀ ਦਾ ਪਾਠ ਕਰਕੇ ਜਿਹੜਾ ਮਹੀਨਾ ਆਰੰਭ ਹੋਇਆ ਹੈ ਉਹ ਮਹੀਨਾ ਸੰਗਤ ਵਿੱਚ ਸੁਣਾਇਆ ਜਾਵੇ। ਜੇ ਕੋਈ ਕੀਰਤਨ ਕਰਨ ਵਾਲਾ ਗੁਰਮੁਖ ਹੋਵੇ ਤਾਂ ਉਸ ਸ਼ਬਦ ਦਾ ਕੀਰਤਨ ਕਰੇ, ਜੇ ਕੋਈ ਵਿਆਖਿਆ ਕਰਨ ਵਾਲਾ ਗੁਰਸਿੱਖ ਹੋਵੇ ਤੇ ਉਸ ਸ਼ਬਦ ਦੀ ਵਿਚਾਰ ਕੀਤੀ ਜਾਵੇ। ਤੋ ਇਹ ਮਹਾਰਾਜ ਸਾਹਿਬ ਜੀ ਦੀ ਆਗਿਆ ਹੈ। ਸਾਧ ਸੰਗਤ ਜੀ, ਆਪ ਸਰਬੱਤ ਗੁਰੂ ਕੀਆਂ ਸੰਗਤਾਂ ਸੰਗਰਾਂਦ ਦੇ ਦਿਹਾੜੇ ਤੇ ਹਾਜ਼ਰੀ ਭਰ ਰਹੇ ਹੋ। ਇੱਕ ਵਾਰੀ ਸਭ ਮਾਈ ਭਾਈ ਫੇਰ ਫਤਿਹ ਬੁਲਾਈਏ, ਪ੍ਰੇਮ ਸਹਿਤ ਸਾਰੇ ਉਚਾਰਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਪਵਿੱਤਰ ਸਥਾਨ ਤੇ 11 ਸਾਲ ਪਹਿਲਾਂ ਵੀ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ ਸੀ ਤੇ ਅੱਜ 11 ਸਾਲਾਂ ਤੋਂ ਬਾਅਦ ਫੇਰ ਹਾਜ਼ਰੀ ਭਰਨ ਦਾ ਸੁਭਾਗ ਮਿਲਿਆ। 2011 ਦੇ ਵਿੱਚ ਇੱਥੇ ਹਾਜ਼ਰੀ ਮਹਾਰਾਜ ਦੇ ਚਰਨਾਂ ਵਿੱਚ ਭਰੀ ਸੀ। ਉਸ ਤੋਂ ਬਾਅਦ ਹੁਣ 2022 ਦੇ ਵਿੱਚ ਮਹਾਰਾਜ ਸਾਹਿਬ ਜੀ ਨੇ ਸੁਭਾਗ ਬਖਸ਼ਿਆ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਨੇ ਕੁਝ ਬੇਨਤੀ ਮਹਾਂਪੁਰਖਾਂ ਦੇ ਜੀਵਨ ਦੇ ਵਿੱਚੋਂ ਸਾਂਝੀ ਕਰਕੇ ਫਿਰ ਆਪਾਂ ਸ਼ਬਦ ਨਾਲ ਜੋੜਾਂਗੇ। ਸ੍ਰੀਮਾਨ ਸੰਤ ਬਾਬਾ ਵਿਸਾਖਾ ਸਿੰਘ ਜੀ, ਜਿਨ੍ਹਾਂ ਮਹਾਂਪੁਰਖਾਂ ਦਾ ਇਹ ਜਨਮ ਸਥਾਨ ਹੈ ਤੇ ਬਾਬਾ ਜੀ ਦਾ ਜਨਮ ਸਤਿਕਾਰਯੋਗ ਪਿਤਾ ਸਰਦਾਰ ਦਿਆਲ ਸਿੰਘ ਜੀ ਸੰਧੂ ਪਰਿਵਾਰ ਔਰ ਸ੍ਰੀਮਤੀ ਮਾਤਾ ਇੰਦ ਕੌਰ ਜੀ, ਤਿੰਨਾਂ ਦੇ ਗ੍ਰਹਿ ਵਿਖੇ ਈਸਵੀ ਸਨ 1877 ਨੂੰ ਇੱਕ ਵਿਸਾਖ ਵਾਲੇ ਦਿਨ, ਭਾਵ ਵਿਸਾਖ ਮਹੀਨੇ ਦੀ ਸੰਗਰਾਂਦ ਵਾਲੇ ਦਿਨ ਬਾਬਾ ਜੀ ਦਾ ਆਗਮਨ ਹੋਇਆ। ਤੇ ਬਾਬਾ ਜੀ ਦੇ ਜੀਵਨ ਦੇ ਵਿੱਚ ਲਿਖਿਆ ਹੈ ਕਿ ਬਾਬਾ ਜੀ ਦੇ ਸਤਿਕਾਰਯੋਗ ਪੜਦਾਦਾ ਜੀ ਬਾਬਾ ਮੋਹਰ ਸਿੰਘ ਜੀ, ਉਹਨਾਂ ਨੇ ਵਿਸਾਖੀ ਵਾਲੇ ਦਿਹਾੜੇ ਤੇ ਸ੍ਰੀ ਅਨੰਦਪੁਰ ਸਾਹਿਬ ਜਾ ਕਰਕੇ ਕਲਗੀਧਰ ਪਾਤਸ਼ਾਹ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਿਬ ਜੀ ਦੇ ਪਾਸੋਂ ਖੰਡੇ ਬਾਟੇ ਦਾ ਅੰਮ੍ਰਿਤ ਛਕਿਆ। ਫਿਰ ਬਾਬਾ ਮੋਹਰ ਸਿੰਘ ਜੀ ਦਾ ਪਰਿਵਾਰ ਸਮੇਂ-ਸਮੇਂ ਦੇ ਨਾਲ, ਜਦੋਂ ਮਿਸਲਾਂ ਦਾ ਸਮਾਂ ਸੀ, ਉਸ ਮੌਕੇ ਦੇ ਉੱਤੇ ਸਰਦਾਰ ਜੱਸਾ ਸਿੰਘ ਜੀ ਆਹਲੂਵਾਲੀਆ ਤਿੰਨਾਂ ਦੇ ਜਥੇ ਵਿੱਚ ਸ਼ਾਮਲ ਹੋ ਕਰਕੇ ਵੀ ਸੇਵਾ ਨਿਭਾਉਂਦੇ ਰਹੇ। ਮਹਾਰਾਜਾ ਰਣਜੀਤ ਸਿੰਘ ਦੀਆਂ ਫੌਜਾਂ ਦੇ ਵਿੱਚ ਵੀ। ਉਸ ਤੋਂ ਬਾਅਦ ਫਿਰ ਅੰਗਰੇਜ਼ਾਂ ਦਾ ਰਾਜ ਹੋਇਆ ਤੇ ਅੰਗਰੇਜ਼ ਰਾਜ ਦੇ ਮੌਕੇ ਦੇ ਉੱਤੇ ਜੋ ਸੰਤ ਬਾਬਾ ਵਿਸਾਖਾ ਸਿੰਘ ਜੀ ਨੇ ਸੇਵਾ ਕੀਤੀ, ਉਹ ਆਪਾਂ ਸਾਰੇ ਉਹਨਾਂ ਦੇ ਜੀਵਨ ਦੇ ਵਿੱਚੋਂ ਪੜ੍ਹਦੇ ਜਾਣਦੇ ਹਾਂ। ਸਾਰਾ ਜੀਵਨ ਹੀ ਉਸ ਵੇਲੇ ਇਹ ਗਦਰ ਲਹਿਰ ਦੇ ਵਿੱਚ ਸੰਤਾਂ ਨੇ ਸੇਵਾ ਕੀਤੀ। ਪਿਛਲਾ ਸਮਾਂ ਇਸ ਤਰ੍ਹਾਂ ਦਾ ਸੀ ਸਾਧ ਸੰਗਤ ਜੀ ਕਿ ਜਿਹੜੇ ਮਹੀਨੇ ਦੇ ਵਿੱਚ ਜਿਹੜੇ ਦਿਨ ਕਿਸੇ ਬੱਚੇ ਦਾ ਜਨਮ ਹੁੰਦਾ ਸੀ, ਉਸ ਤਰ੍ਹਾਂ ਦਾ ਨਾਂ ਰੱਖਦੇ ਸੀ। ਇਸ ਤਰ੍ਹਾਂ ਜਾਪਦਾ ਹੈ ਕਿ ਬਾਬਾ ਜੀ ਦਾ ਜਨਮ ਵਿਸਾਖ ਮਹੀਨੇ ਦੀ ਸੰਗਰਾਂਦ ਨੂੰ ਹੋਇਆ। ਸ਼ਾਇਦ ਇਸੇ ਕਰਕੇ ਬਾਬਾ ਜੀ ਦਾ ਨਾਮ ਸੰਤ ਬਾਬਾ ਵਿਸਾਖਾ ਸਿੰਘ ਜੀ ਰੱਖਿਆ ਹੋਵੇਗਾ ਮਾਤਾ ਪਿਤਾ ਜੀ।
ਕਿਉਂਕਿ ਜਿਸ ਮਹੀਨੇ ਦੇ ਵਿੱਚ ਪਿਛਲੇ ਸਮੇਂ 'ਚ ਇਸ ਤਰ੍ਹਾਂ ਦਾ ਹੀ ਸੀ, ਪੁਰਾਣੇ ਨਾਮ ਬਜ਼ੁਰਗ ਇਸ ਤਰ੍ਹਾਂ ਰੱਖਦੇ ਸੀ, ਕੋਈ ਮੱਘਰ ਦੇ ਮਹੀਨੇ ਦੇ ਵਿੱਚ ਬੱਚਾ ਜਨਮ ਪੈਣਾ ਤੇ ਮਾਤਾ ਪਿਤਾ ਨੇ ਨਾਮ ਮੱਘਰ ਸਿੰਘ ਰੱਖ ਦੇਣਾ। ਬਾਬਾ ਜੀ ਦਾ ਨਾਮ ਸੰਤ ਬਾਬਾ ਵਿਸਾਖਾ ਸਿੰਘ ਜੀ, ਮਾਤਾ ਜੀ ਪਿਤਾ ਜੀ ਨੇ ਤੇ ਨਾਮ ਵਿਸਾਖਾ ਸਿੰਘ ਰੱਖਿਆ। ਫਿਰ ਸਮੇਂ ਦੇ ਨਾਲ ਉਹਨਾਂ ਨੇ ਬਚਪਨ ਦੇ ਵਿੱਚ ਹੀ ਗੁਰੂ ਕਾ ਅੰਮ੍ਰਿਤ ਛਕਣਾ, ਗੁਰੂ ਕੇ ਬਾਣੀ ਦੇ ਲੜ ਲੱਗਣਾ। ਔਰ ਸਾਧ ਸੰਗਤ ਜੀ, ਉਹਨਾਂ ਦੇ ਸਤਿਕਾਰਯੋਗ ਤਾਇਆ ਜੀ ਬਾਬਾ ਖੁਸ਼ਹਾਲ ਸਿੰਘ ਜੀ, ਉਹਨਾਂ ਦੇ ਕੋਲੋਂ ਬਚਪਨ ਦੇ ਵਿੱਚ ਗੁਰਬਾਣੀ ਦੀ ਪ੍ਰੇਰਨਾ ਪ੍ਰਾਪਤ ਹੋਣੀ, ਗੁਰਬਾਣੀ ਦੀ ਸੰਥਿਆ ਕਰਨੀ ਤੇ ਗੁਰਬਾਣੀ ਦੇ ਨਾਲ ਐਸਾ ਪ੍ਰੇਮ ਪਿਆਰ, ਤੇ ਫਿਰ ਬਾਹਰਲੇ ਮੁਲਕਾਂ ਤੀਕ ਜਾਣਾ, ਗੁਰਦੁਆਰਾ ਸਾਹਿਬ ਦੀ ਉਸਾਰੀ ਕਰਾਉਣੀ। ਫਿਰ ਉਸ ਮੌਕੇ ਦੇ ਉੱਤੇ ਜਦੋਂ ਇਹ ਗਦਰ ਲਹਿਰ ਆਰੰਭ ਹੁੰਦੀ ਹੈ ਤੇ ਉਹਦੇ ਵਿੱਚ ਅੱਗੇ ਹੋ ਕਰਕੇ ਤੇ ਇਹ ਸੇਵਾ ਨਿਭਾਉਣੀ। ਕੁਝ ਸਮਾਂ ਨੌਕਰੀ ਵੀ ਬਾਬਾ ਜੀ ਨੇ ਕੀਤੀ ਅੰਗਰੇਜ਼ ਸਰਕਾਰ ਦੇ ਮੌਕੇ, ਪਰ ਅੰਗਰੇਜ਼ਾਂ ਦਾ ਉਹ ਤਸ਼ੱਦਦ ਨਾ ਸਹਾਰਦਿਆਂ ਹੋਇਆਂ ਤੇ ਫਿਰ ਮਿਲ ਕਰਕੇ ਇਹ ਸਿੰਘਾਂ ਦੇ ਵਿੱਚ ਤਾਂ ਮਹਾਨ ਸੇਵਾ ਕਰਨੀ, ਜੇਲ੍ਹਾਂ ਵੀ ਕੱਟਣੀਆਂ, ਪਰ ਸਿਮਰਨ ਭਜਨ ਦੇ ਵਿੱਚ ਲੀਨ ਰਹਿਣਾ ਹਰ ਵੇਲੇ। ਬਾਬਾ ਜੀ ਨੇ ਜੋ ਆਪ ਬਚਨ ਲਿਖੇ ਆ ਜਾਂ ਉਹਨਾਂ ਨੇ ਕਵਿਤਾ ਲਿਖੀਆਂ, ਕਾਲੇ ਪਾਣੀ ਦਾ ਦੌਰ ਹੋਰ ਸਾਰਾ, ਔਰ ਆਪਣੇ ਸੰਗੀਆਂ ਸਾਥੀਆਂ ਨੂੰ ਧੀਰਜ ਦੇਣ ਵਾਸਤੇ, ਹੌਸਲਾ ਦੇਣ ਵਾਸਤੇ ਕਵਿਤਾ ਲਿਖ ਕਰਕੇ ਭੇਜਣੀਆਂ। ਫਿਰ ਆਪਣੇ ਸਤਿਕਾਰਯੋਗ ਤਾਇਆ ਜੀ, ਉਹਨਾਂ ਦੀ ਸੰਗਤ ਕਰਨ ਵਾਸਤੇ ਆਪਣੇ ਸਾਥੀਆਂ ਨੂੰ ਪ੍ਰੇਰਨਾ, ਐਸਾ ਉਹਨਾਂ ਦੇ ਜੀਵਨ ਦੇ ਵਿੱਚ ਲਿਖਿਆ ਹੋਇਆ ਹੈ ਮਹਾਂਪੁਰਖਾਂ ਦੇ। ਤੇ ਉਹ ਜਦੋਂ ਕਵਿਤਾ ਪੜ੍ਹੀਏ ਤੇ ਉਹਦੇ ਵਿੱਚ ਉਹਨੂੰ ਪੜ੍ਹਦੇ ਹੀ ਪਤਾ ਲੱਗ ਜਾਂਦਾ ਹੈ ਕਿ ਬਾਬਾ ਜੀ ਕਿੰਨਾ ਗਿਆਨ ਰੱਖਦੇ ਸੀ, ਕਿੰਨੀ ਉਹਨਾਂ ਨੂੰ ਸਾਧ ਸੰਗਤ ਜੀ ਜਾਣਕਾਰੀ ਸੀ। ਇੱਕ ਇੱਕ ਕਵਿਤਾ ਦੇ ਵਿੱਚ ਹੀ ਕਿੰਨਾ ਕਿੰਨਾ ਇਤਿਹਾਸ ਉਹਨਾਂ ਨੇ ਅੰਕਿਤ ਕੀਤਾ, ਧੀਰਜ ਦੇਣ ਵਾਸਤੇ, ਇਹ ਦੱਸਣ ਵਾਸਤੇ ਵੀ ਸਿੰਘੋ ਤਕੜੇ ਹੋ ਜਾਓ, ਗੁਰਬਾਣੀ ਦੇ ਲੜ ਲੱਗ ਜਾਓ, ਗੁਰਬਾਣੀ ਦਾ ਅਭਿਆਸ ਕਰੋ। ਵੇਖੋ ਕਿਹਦੇ ਕਿਹਦੇ ਉੱਤੇ ਦੁੱਖ ਨਹੀਂ ਆਇਆ। ਆਪਣੀ ਕਵਿਤਾ ਦੇ ਵਿੱਚ ਉਹਨਾਂ ਨੇ ਭਗਤਾਂ ਦਾ, ਸੰਤਾਂ ਦਾ, ਮਹਾਂਪੁਰਖਾਂ ਦਾ, ਗੁਰੂ ਸਾਹਿਬਾਂ ਦਾ ਜ਼ਿਕਰ ਕੀਤਾ ਕਿ ਵੇਖੋ ਪੰਜਵੇਂ ਪਾਤਸ਼ਾਹ ਮਹਾਰਾਜ ਤਤੀ ਲੋਹ ਤੇ ਬੈਠੇ ਹਨ, ਨਾਵੇਂ ਪਾਤਸ਼ਾਹ ਮਹਾਰਾਜ ਸਾਹਿਬ ਜੀ ਜਬਰ ਜ਼ੁਲਮ ਨੂੰ ਕੱਟਣ ਵਾਸਤੇ ਉਹ ਕੁਰਬਾਨੀ ਪੈ ਕਰਦੇ ਹਨ। ਭਾਈ ਮਣੀ ਸਿੰਘ ਸਾਹਿਬ ਜੀ ਤਸ਼ੱਦਦ ਸਹਾਰ ਰਹੇ ਆ, ਭਾਈ ਦਿਆਲਾ ਜੀ ਦੇਗ ਵਿੱਚ ਉਬਲ ਰਹੇ ਹਨ। ਆਪਣੀ ਕਵਿਤਾ ਦੇ ਵਿੱਚ ਉਹਨਾਂ ਨੇ ਇਹ ਜ਼ਿਕਰ ਕੀਤਾ ਹੈ। ਤੋ ਐਸੇ ਉਹ ਮਹਾਨ ਹੀ ਉੱਚੇ ਸੁੱਚੇ ਮਹਾਂਪੁਰਖ ਜਿਨ੍ਹਾਂ ਨੇ ਸਾਧ ਸੰਗਤ ਜੀ ਆਪਣੇ ਜੀਵਨ ਕਾਲ ਦੇ ਵਿੱਚ ਸਿਮਰਨ ਭਜਨ ਵੀ ਕੀਤਾ ਤੇ ਜੇਲ੍ਹਾਂ ਵੀ ਕੱਟੀਆਂ, ਔਰ ਸਾਧ ਸੰਗਤ ਜੀ ਅਨੇਕ ਪ੍ਰਕਾਰ ਦੇ ਤਸੀਹੇ ਵੀ ਸਹਾਰੇ ਤੇ ਰੱਜ ਰੱਜ ਕੇ ਸੇਵਾ ਉਹਨਾਂ ਨੇ ਕੀਤੀ ਹੈ। ਉਹਨਾਂ ਸਿੰਘਾਂ ਦੇ ਜਿਹੜੇ ਜੇਲ੍ਹਾਂ ਦੇ ਵਿੱਚ ਵੀ ਸੀ, ਤੇ ਜਿਸ ਵੇਲੇ ਬਾਅਦ ਵਿੱਚ ਆਉਣ ਦਾ ਮੌਕਾ ਮਿਲਦਾ ਹੈ ਤੇ ਫਿਰ ਐਸੀ ਕਮੇਟੀ ਬਣਾ ਕਰਕੇ ਤੇ ਜਿਹੜੇ ਪਰਿਵਾਰ ਸਿੰਘ ਜੇਲ੍ਹਾਂ ਕੱਟ ਰਹੇ ਸਨ ਉਹਨਾਂ ਦੇ ਪਿੱਛੇ ਪਰਿਵਾਰਾਂ ਨੂੰ ਹੀ ਸੰਭਾਲਿਆ। ਹਰ ਸਾਰੇ ਕੋਨੇ ਕੋਨੇ 'ਚ ਵਿਚਰ ਕੇ ਤੇ ਉਹਨਾਂ ਦੇ ਘਰਾਂ ਦੀ ਜਾ ਕਰਕੇ ਰਾਸ਼ਨ ਪਾਣੀ ਤੇ ਮਦਦ ਕਰਨੀ। ਤੇ ਬਾਬਾ ਜੀ ਦਾ ਉਸ ਮੌਕੇ ਦੇ ਉੱਤੇ ਉਹਨਾਂ ਨੂੰ ਨਜ਼ਰਬੰਦ ਵੀ ਰੱਖਿਆ ਜਾਣਾ। ਇਸੇ ਤਰ੍ਹਾਂ ਉਹਨਾਂ ਦੀ ਜੋ ਜਗੀਰ ਹੈ ਉਹ ਵੀ ਜ਼ਬਤ ਕੀਤੀ ਜਾਣੀ ਸਰਕਾਰ ਵੱਲੋਂ। ਬਹੁਤ ਤਸ਼ੱਦਦ ਸਹਾਰਦਿਆਂ ਹੋਇਆਂ ਪਰ ਫਿਰ ਵੀ ਹੌਸਲਾ ਨਹੀਂ ਆ ਰਿਹਾ। 80 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਫਿਰ ਉਹਨਾਂ ਨੇ ਜਿਸ ਮੌਕੇ ਦੇ ਉੱਤੇ ਇਹ ਆਜ਼ਾਦੀ ਹੋਈ, ਅੰਗਰੇਜ਼ ਉੱਥੋਂ ਜਾਂਦਾ ਹੈ ਤੇ ਫਿਰ ਵੀ ਇਹ ਹਿੰਦੁਸਤਾਨ 'ਚ ਪਾਕਿਸਤਾਨ ਦੀ ਵੰਡ ਹੁੰਦੀ ਹੈ, ਉਸ ਮੌਕੇ ਤੇ ਵੀ ਉਹਨਾਂ ਨੇ ਬਹੁਤ ਪ੍ਰਚਾਰ ਪ੍ਰਸਾਰ ਕਰਨਾ। ਇਸ ਮੌਕੇ ਤੇ ਵੀ ਜਿਹੜਾ ਇਹ ਵੱਢ ਫੱਟ ਹੋ ਰਹੀ ਹੈ ਤੇ ਜਾ ਕਰਕੇ ਉਹਨਾਂ ਨੇ ਪ੍ਰੇਰਨਾ ਵੀ ਕਈਆਂ ਮੁਸਲਮਾਨਾਂ ਨੂੰ ਉਹਨਾਂ ਨੇ ਬਚਾਇਆ। ਆਖਿਆ ਵੀ ਸਾਡੀ ਇਸ ਤਰ੍ਹਾਂ ਦੀ ਲੜਾਈ ਨਹੀਂ ਹੈ, ਸਾਡਾ ਜਿਹੜਾ ਸਿਧਾਂਤ ਹੈ ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ, ਐਸਾ ਸਿਧਾਂਤ ਹੈ। ਫਿਰ 80 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਸ੍ਰੀ ਤਰਨਤਾਰਨ ਸਾਹਿਬ ਦੇ ਵਿੱਚ 1957 ਨੂੰ 80 ਸਾਲ ਦੀ ਸਰੀਰ ਕਾਰਬਲਾ ਦੇ ਵਿੱਚ ਸੰਤ ਬਾਬਾ ਵਿਸਾਖਾ ਸਿੰਘ ਜੀ ਉਹਨਾਂ ਨੇ ਸੱਚਖੰਡ ਬਿਆਨਾ ਕੀਤਾ, ਜਿਨ੍ਹਾਂ ਨੇ ਆਪਣੇ ਜੀਵਨ ਕਾਲ ਦੇ ਵਿੱਚ ਇੰਨੀਆਂ ਸੇਵਾਵਾਂ ਕੀਤੀਆਂ। ਉਹ ਸਾਧ ਸੰਗਤ ਜੀ ਬਾਬਾ ਜੀ ਦੇ ਜੀਵਨ ਨੂੰ ਪੜ੍ਹ ਕੇ ਹੀ ਆਪਾਂ ਜਾਣ ਸਕਦੇ ਹਾਂ। ਤੋ ਬਾਬਾ ਜੀ ਦੇ ਪਵਿੱਤਰ ਸਥਾਨ ਤੇ ਆਪਾਂ ਬੈਠੇ ਹਾਂ ਗੁਰੂ ਸਾਹਿਬ ਦੇ ਚਰਨਾਂ ਦੇ ਵਿੱਚ। ਮਹਾਰਾਜ ਸਾਹਿਬ ਜੀ ਜੋ ਅੱਜ ਦਾ ਪਵਿੱਤਰ ਉਪਦੇਸ਼ ਬਖਸ਼ ਰਹੇ ਆ, ਸ਼ਰਧਾ ਭਾਵਨਾ ਸਹਿਤ ਸਰਵਣ ਕਰੀਏ ਜੀ।
ਜੇਠ ਜੁੜੰਦਾ ਲੋੜੀਏ ਜਿਸ ਅੱਗੇ ਸਭ ਨਿਵਾਨਾ। ਪੰਚਮ ਪਾਤਸ਼ਾਹ ਮਹਾਰਾਜ ਜੇਠ ਮਹੀਨੇ ਦਾ ਉਪਦੇਸ਼ ਬਖਸ਼ ਰਹੇ। ਜਿਹੜਾ ਜੇਠ ਦਾ ਮਹੀਨਾ ਨਾ ਸਾਧ ਸੰਗਤ ਜੀ, ਇਹ ਤੀਸਰਾ ਮਹੀਨਾ ਹੈ ਸਾਲ ਦਾ, ਜਿਹਨੂੰ ਆਪਾਂ ਦੇਸੀ ਸਾਲ ਕਹਿੰਦੇ ਹਾਂ। ਦੇਸੀ ਸਾਲ ਬਹੁਤ ਚੀਜ਼ਾਂ ਵਾ ਜਿਨ੍ਹਾਂ ਵਾਸਤੇ ਆਪਾਂ ਦੇਸੀ ਅੱਖਰ ਵਰਤਦੇ ਹਾਂ। ਦੇਸੀ ਬਹੁਤ ਵਸਤੂਆਂ ਐਸੀਆਂ ਜਿਨ੍ਹਾਂ ਵਾਸਤੇ ਆਪਾਂ ਅੰਗਰੇਜ਼ੀ ਅੱਖਰ ਵਰਤਦੇ ਹਾਂ। ਦੇਸੀ ਤੇ ਅੰਗਰੇਜ਼ੀ। ਅੰਗਰੇਜ਼ੀ ਉਹ ਚੀਜ਼ ਆ ਜਿਹੜੀ ਅੰਗਰੇਜ਼ਾਂ ਵੱਲੋਂ ਆਈ, ਜੋ ਵਿਦੇਸ਼ਾਂ ਵੱਲੋਂ ਆਈ। ਦੇਸੀ ਉਹ ਵਸਤੂ ਹੈ ਜੋ ਜਿੱਥੋਂ ਦੇ ਅਸੀਂ ਰਹਿਣ ਵਾਲੇ ਉੱਥੋਂ ਦੀ ਹੈ। ਪਰ ਇਹ ਅੱਖਰ ਅਸੀਂ ਵਰਤਦੇ ਹਾਂ, ਇਹਦੀ ਗਹਿਰਾਈ ਦੀ ਕੋਈ ਵਿਰਲਾ ਹੀ ਜਾਂਦਾ ਹੈ। ਦੇਸੀ ਤੇ ਅੰਗਰੇਜ਼ੀ। ਤਰੀਕ ਵੀ ਦੇਸੀ ਤੇ ਅੰਗਰੇਜ਼ੀ, ਜਿਹਦੇ ਵਾਸਤੇ ਗਦਰੀ ਬਾਬਿਆਂ ਨੇ ਤੇ ਸੰਤ ਬਾਬਾ ਵਿਸਾਖਾ ਸਿੰਘ ਸਾਹਿਬ ਜੀ ਨੇ ਇਹ ਸਾਰਾ ਜੀਵਨ ਹੀ ਲਾ ਦਿੱਤਾ, ਕੁਰਬਾਨੀਆਂ ਕੀਤੀਆਂ ਸਾਡੇ ਬਜ਼ੁਰਗਾਂ ਨੇ। ਪਰ ਅਸੀਂ ਉਸ ਨੂੰ ਫਿਰ ਵੀ ਗਹਿਰਾਈ ਨਾਲ ਨਹੀਂ ਲੈਂਦੇ। ਅੱਜ ਵੀ ਸਾਡੇ ਘਰਾਂ ਦੇ ਵਿੱਚ ਜ਼ਿਆਦੀਆਂ ਤਰੀਕਾਂ ਅੰਗਰੇਜ਼ੀ ਚੱਲਦੀਆਂ। ਜਿਵੇਂ ਅੱਜ 14 ਮਈ ਹੈ, ਕਿਉਂਕਿ ਅੰਗਰੇਜ਼ ਇੱਥੇ ਰਾਜ ਕਰਕੇ ਗਿਆ। ਉਹਨੇ 200 ਸਾਲ ਰਾਜ ਕੀਤਾ ਸਾਰੇ ਹਿੰਦੁਸਤਾਨ ਦੇ ਉੱਤੇ, ਤੇ 100 ਸਾਲ ਰਾਜ ਕੀਤਾ ਉਹਨੇ ਪੰਜਾਬ ਦੇ ਉੱਤੇ। ਅੰਗਰੇਜ਼ ਨੇ 100 ਸਾਲ ਰਾਜ ਕੀਤਾ। ਆ ਪਿੱਛੇ ਥੋੜੇ ਦਿਨ ਹੋਏ ਆ, ਆਪਾਂ ਸੰਤ ਬਾਬਾ ਵੀਰ ਸਿੰਘ ਜੀ ਨਰੰਗਾਬਾਦ ਵਾਲੇ ਮਹਾਂਪੁਰਖਾਂ ਦਾ ਸ਼ਹੀਦੀ ਦਿਹਾੜਾ ਮਨਾਇਆ। 1844 ਈਸਵੀ ਸਨ 27 ਵਿਸਾਖ ਨੂੰ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ। ਉਹਨਾਂ ਤੋਂ 2 ਸਾਲ ਬਾਅਦ 1846 ਦੇ ਵਿੱਚ ਖਾਲਸਾ ਰਾਜ ਦਾ ਆਖਰੀ ਜਰਨੈਲ ਸ਼ਹੀਦ ਹੋਇਆ ਸੀ। ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਤੇ ਜੋ ਆਖਰੀ ਜਰਨੈਲ ਸਰਦਾਰ ਸ਼ਾਮ ਸਿੰਘ ਜੀ ਅਟਾਰੀ ਵਾਲੇ, ਫਤਿਹਗੜ੍ਹ ਸਭਰਾਵਾਂ ਦੀ ਧਰਤੀ ਦੇ ਉੱਤੇ, ਜਿਸ ਥਾਂ ਦੇ ਉੱਤੇ ਇਹਨਾਂ ਹੀ ਮਹਾਂਪੁਰਖਾਂ ਦੀ ਸੇਵਾ ਹੈ, ਜਿਨ੍ਹਾਂ ਮਹਾਂਪੁਰਖਾਂ ਦੀ ਸੇਵਾ ਇਸ ਸਥਾਨ ਤੇ ਹੈ। ਸੰਤ ਬਾਬਾ ਘੋਲਾ ਸਿੰਘ ਜੀ, ਸਤਿਕਾਰਯੋਗ ਬਾਬਾ ਸ਼ਿੰਦਰ ਸਿੰਘ ਜੀ, ਉਸ ਥਾਂ ਦੇ ਉੱਤੇ 1846 ਈਸਵੀ ਸਨ ਨੂੰ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਅੰਗਰੇਜ਼ਾਂ ਨਾਲ ਲੜਦੇ ਹੋਏ ਸ਼ਹੀਦ ਹੋਏ। ਡੋਗਰਿਆਂ ਨੇ ਗਦਾਰੀ ਕੀਤੀ। ਇੱਥੇ ਵੀ ਬਾਬਾ ਵੀਰ ਸਿੰਘ ਸਾਹਿਬ ਜੀ ਦੇ ਡੇਰੇ ਉੱਤੇ ਵੀ ਹੀਰਾ ਸਿੰਘ ਡੋਗਰੇ ਨੇ ਤੋਪਾਂ ਚਲਾਈਆਂ, ਗੋਲੇ ਚਲਾਏ ਕਿ ਬਾਬਾ ਜੀ ਅਸੀਂ ਤੁਹਾਨੂੰ ਕੁਝ ਨਹੀਂ ਆਖਾਂਗੇ, ਸਾਨੂੰ ਆ ਮਹਾਰਾਜਾ ਰਣਜੀਤ ਸਿੰਘ ਦੇ ਦੋਵੇਂ ਪੁੱਤਰ ਗ੍ਰਿਫਤਾਰ ਕਰਵਾ ਦਿਓ। ਕਬਰ ਕਸ਼ਮੀਰਾ ਸਿੰਘ ਤੇ ਪਿਸ਼ੌਰਾ ਸਿੰਘ ਤੇ ਹਰੀ ਸਿੰਘ ਨਲੂਏ ਸਰਦਾਰ ਦਾ ਪੁੱਤਰ ਜਵਾਹਰ ਸਿੰਘ ਗ੍ਰਿਫਤਾਰ ਕਰਾ ਦਿਓ। ਤੇ ਆ ਸੰਧਾਵਾਲੀਏ ਪਰਿਵਾਰ ਦੇ ਵਿੱਚੋਂ ਸਰਦਾਰ ਅਤਰ ਸਿੰਘ ਜੀ ਸੰਧਾਵਾਲੀਆ ਸਾਨੂੰ ਗ੍ਰਿਫਤਾਰ ਕਰਵਾ ਦਿਓ। ਇਹ ਸਿੱਖ ਰਾਜ ਦੇ ਬਾਗੀ ਆ, ਇਹਨਾਂ ਨੂੰ ਗ੍ਰਿਫਤਾਰ ਕਰਵਾ ਦਿਓ ਤੇ ਬਾਬਾ ਜੀ ਤੁਹਾਨੂੰ ਅਸੀਂ ਕੁਝ ਨਹੀਂ ਆਖਾਂਗੇ। ਸੰਤ ਬਾਬਾ ਵੀਰ ਸਿੰਘ ਨਰੰਗਾਬਾਦ ਵਾਲੇ ਮਹਾਂਪੁਰਖਾਂ ਨੇ ਹੀਰਾ ਸਿੰਘ ਡੋਗਰੇ ਨੂੰ ਜਵਾਬ ਦਿੱਤਾ ਸੀ ਕਿ ਹੀਰਾ ਸਿੰਘਾ, ਜਿਨ੍ਹਾਂ ਨੂੰ ਤੂੰ ਬਾਗੀ ਕਹਿ ਰਿਹਾ, ਇਹ ਤਾਂ ਮਾਲਕ ਵਾ ਸਿੱਖ ਰਾਜ ਦੇ, ਇਹ ਤਾਂ ਖਾਲਸਾ ਰਾਜ ਦੇ ਮਾਲਕ ਵਾ। 2 ਮਹਾਰਾਜੇ ਰਣਜੀਤ ਸਿੰਘ ਦੇ ਪੁੱਤਰ ਵਾ, ਇੱਕ ਸਰਦਾਰ ਹਰੀ ਸਿੰਘ ਨਲੂਏ ਦਾ ਪੁੱਤਰ ਹੈ ਸਰਦਾਰ ਜਵਾਹਰ ਸਿੰਘ ਨਲੂਆ। ਮੈਂ ਕਿਵੇਂ ਇਹਨਾਂ ਨੂੰ ਦੇ ਸਕਦਾ ਹਾਂ? ਨਾਲੇ ਇਹ ਗੁਰੂ ਕੀ ਸ਼ਰਨ ਵਿੱਚ ਆਏ ਆ, ਜਿਹੜੇ ਗੁਰੂ ਕੀ ਸ਼ਰਨ ਵਿੱਚ ਆ ਜਾਣ ਉਹਨਾਂ ਨੂੰ ਦਿੱਤਾ ਨਹੀਂ ਜਾਂਦਾ ਕਿਸੇ ਦੇ ਕੋਲ। ਫਿਰ ਉਹਨਾਂ ਨੇ ਗੋਲੀਆਂ ਚਲਾ ਦਿੱਤੀਆਂ, ਤੋਪਾਂ ਚਲਾ ਦਿੱਤੀਆਂ। 18 ਗੋਲੀਆਂ ਸੰਤ ਬਾਬਾ ਵੀਰ ਸਿੰਘ ਜੀ ਦੇ ਵੱਜੀਆਂ, ਇਤਿਹਾਸ ਕਹਿੰਦਾ। 2 ਮੱਥੇ ਦੇ ਵਿੱਚ, 2 ਡੋਲਿਆਂ ਦੇ ਵਿੱਚ, ਬਾਕੀ ਛਾਤੀ ਦੇ ਵਿੱਚ ਇੱਕ ਗੋਲਾ ਵੱਜਾ ਸੀ ਸੱਜੇ ਪੱਟ ਦੇ ਉੱਤੇ। ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਦੀ ਸ਼ਹਾਦਤ ਹੋਈ ਸੀ। 2 ਸਾਲ ਬਾਅਦ ਖਾਲਸਾ ਰਾਜ ਦਾ ਆਖਰੀ ਜਰਨੈਲ ਸਰਦਾਰ ਸ਼ਾਮ ਸਿੰਘ ਅਟਾਰੀ ਵਾਲੇ ਸ਼ਹੀਦ ਹੁੰਦੇ ਆ। ਡੋਗਰਿਆਂ ਨੇ ਬਰੂਦ ਦੀ ਥਾਂ ਦੇ ਉੱਤੇ ਮਿੱਟੀ ਦੀਆਂ ਬੋਰੀਆਂ, ਸਰੋਂ ਦੀਆਂ ਬੋਰੀਆਂ ਭੇਜੀਆਂ ਸੀ ਤੇ ਉਹ ਫਿਰ ਜਿੱਤਿਆ ਹੋਇਆ ਜੰਗ ਹਾਰਿਆ ਜਾਂਦਾ ਹੈ। ਉਸ ਤੋਂ ਬਾਅਦ ਫਿਰ ਪੰਜਾਬ ਦੀ ਧਰਤੀ ਤੇ 1846 ਤੋਂ ਲੈ ਕੇ 1947 ਤੱਕ ਇਹ ਸਾਧ ਸੰਗਤ ਜੀ 100 ਸਾਲ ਅੰਗਰੇਜ਼ਾਂ ਨੇ ਰਾਜ ਕੀਤਾ। ਫਿਰ ਇਹਨਾਂ ਸਾਡੇ ਜੁਝਾਰੂ ਗਦਰੀ ਬਾਬਿਆਂ ਨੇ ਕੁਰਬਾਨੀਆਂ ਕੀਤੀਆਂ। ਇਹਨਾਂ ਨੇ ਜਥੇਬੰਦੀਆਂ ਬਣਾ ਕਰਕੇ ਅੰਗਰੇਜ਼ਾਂ ਦੇ ਖਿਲਾਫ ਮੋਰਚਾ ਲਾਇਆ ਤੇ ਫਿਰ ਐਸੀਆਂ ਕੁਰਬਾਨੀਆਂ ਹੋਈਆਂ। ਉਹ ਕੁਰਬਾਨੀਆਂ ਕਰਦੇ ਕਿੰਨੀਆਂ ਸ਼ਹੀਦੀਆਂ ਪਾ ਗਏ ਤੇ ਅਸੀਂ ਫਿਰ ਉਹ ਚੀਜ਼ਾਂ ਹੀ ਸਾਧ ਸੰਗਤ ਜੀ ਸਾਡੇ ਕੋਲੇ ਚੱਲਦੀਆਂ। ਉਹਨਾਂ ਗੁਰਮੁਖਾਂ ਦੀ ਇਹ ਵਿਚਾਰ ਸੀ ਅਸੀਂ ਜੋ ਆਪਣਾ ਵਿਰਸਾ ਇਹਨੂੰ ਸੰਭਾਲ ਕੇ ਰੱਖੀਏ। ਅੰਗਰੇਜ਼ ਚਲੇ ਤਾਂ ਗਏ ਇੱਥੋਂ ਸਾਧ ਸੰਗਤ ਜੀ, ਪਰ ਬਹੁਤ ਕੁਝ ਆਪਣਾ ਇੱਥੇ ਛੱਡ ਕੇ ਗਏ।
ਅੰਗਰੇਜ਼ਾਂ ਦਾ ਤਰੀਕ, ਅੰਗਰੇਜ਼ਾਂ ਦਾ ਕੈਲੰਡਰ ਅੱਜ ਵੀ ਸਾਡੇ ਪ੍ਰਚਲਿਤ ਹੈ, ਕਿਉਂਕਿ ਜਿਹਦੀ ਸਰਕਾਰ ਹੋਵੇ ਉਹਦਾ ਹੀ ਰਾਜ ਚੱਲਦਾ। ਤੇ ਜੋ ਮਹਾਰਾਜ ਸਾਹਿਬ ਨੇ ਬਾਣੀ ਉਚਾਰਨ ਕੀਤੀ, ਇਹ ਦੇਸੀ ਮਹੀਨੇ ਸਿਰਫ ਅਸੀਂ ਸੰਗਰਾਂਦ ਵਾਲੇ ਦਿਨ ਪੜ੍ਹਦੇ ਹਾਂ। ਉਸ ਤੋਂ ਬਾਅਦ ਅਸੀਂ ਘਰ ਦੇ ਕੋਈ ਪ੍ਰੋਗਰਾਮ ਰੱਖਣੇ ਹੋਣ, ਵਿਆਹ ਦਾ, ਜਨਮ ਦਾ, ਮਰਗ ਦਾ, ਖੁਸ਼ੀ ਦਾ, ਗਮੀ ਦਾ, ਸਾਨੂੰ ਕੱਲੇ ਕੱਲੇ ਸਿੱਖ ਨੂੰ ਚਾਹੀਦਾ ਹੈ ਕਿ ਮੋਟੀ ਕਰਕੇ ਜਿਹੜੀ ਪਹਿਲਾਂ ਤਰੀਕ ਹੈ ਦੇਸੀ ਮਹੀਨੇ ਦੀ ਲਿਖੀ ਜਾਵੇ, ਅੰਗਰੇਜ਼ੀ ਮਹੀਨੇ ਦੀ ਤਰੀਕ ਦੂਜੇ ਨੰਬਰ ਤੇ ਲਿਖੀ ਜਾਵੇ। ਜੇ ਅਸੀਂ ਗੁਰੂ ਕੇ ਸਿੱਖ ਹਾਂ ਕਿ ਜਿਹੜੇ ਮਹੀਨਿਆਂ 'ਚ ਗੁਰੂ ਸਾਹਿਬਾਂ ਨੇ ਬਾਣੀ ਉਚਾਰਨ ਕੀਤੀ, ਉਹਨਾਂ ਮਹੀਨਿਆਂ ਨੂੰ ਤੇ ਸਿਰਫ ਅਸੀਂ ਮਹੀਨੇ ਬਾਅਦ ਪੜ੍ਹਦੇ ਹਾਂ, ਬਾਕੀ ਤਰੀਕਾਂ ਯਾਦ ਹੀ ਨਹੀਂ ਰੱਖਦੇ ਦੇਸੀ ਮਹੀਨੇ ਦੀਆਂ। ਪਰ ਰੋਜ਼ ਯਾਦ ਰੱਖਣਾ ਚਾਹੀਦਾ ਵੀ ਦੇਸੀ ਮਹੀਨਾ ਅੱਜ ਕਿੰਨਾ ਹੈ। ਤੋ ਗਰੀਬ ਨਵਾਜ ਸਾਹਿਬ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਆ, ਹਰ ਜੇਠ ਜੁੜੰਦਾ ਲੋੜੀਐ। ਜੇਠ ਦੇ ਮਹੀਨੇ ਦੁਆਰਾ ਕਹਿੰਦੇ ਇਹ ਤੀਸਰਾ ਮਹੀਨਾ ਹੈ ਦੇਸੀ ਮਹੀਨਿਆਂ ਦੇ ਵਿੱਚੋਂ। ਗੁਰਬਾਣੀ ਦੇ ਮੁਤਾਬਕ ਪਹਿਲਾ ਚੇਤ ਹੈ, ਦੂਸਰਾ ਵਿਸਾਖ ਹੈ, ਤੀਸਰਾ ਜੇਠ ਹੈ। ਤੇ ਸਤਿਗੁਰੂ ਕਹਿੰਦੇ ਹਰੀ ਦੇ ਨਾਲ ਜੁੜਨਾ ਚਾਹੀਦਾ ਭਾਈ। ਲੋੜੀਏ ਦਾ ਅਰਥ ਹੈ ਚਾਹੀਏ। ਹਰ ਜੇਠ ਜੁੜੰਦਾ ਲੋੜੀਏ। ਹਰੀ ਪਰਮਾਤਮਾ ਦੇ ਨਾਲ ਸਾਨੂੰ ਸਾਰਿਆਂ ਨੂੰ ਜੁੜਨਾ ਚਾਹੀਦਾ ਹੈ। ਜਿਸ ਅੱਗੇ ਸਭ ਨਿਵੰਨ, ਜਿਸ ਅੱਗੇ, ਜਿਸ ਵਾਹਿਗੁਰੂ ਜੀ ਦੇ ਅੱਗੇ ਸਾਰੇ ਹੀ ਝੁਕਦੇ ਆ, ਸਾਰੇ ਨਿਮਦੇ ਆ। ਭਾਵੇਂ ਕੋਈ ਰੂਹਾਨੀ ਤਾਕਤ ਵਾਲਾ ਹੈ, ਭਾਵੇਂ ਕੋਈ ਜਿਸਮਾਨੀ ਤਾਕਤ ਵਾਲਾ ਹੈ, ਭਾਵੇਂ ਕੋਈ ਰਾਜ ਭਾਗ ਦੀ ਤਾਕਤ ਵਾਲਾ ਹੈ, ਭਾਵੇਂ ਕੋਈ ਸਿਆਣਪ ਵਾਲਾ ਹੈ, ਕੋਈ ਰਿੱਧੀਆਂ ਸਿੱਧੀਆਂ ਵਾਲਾ ਹੈ, ਕੋਈ ਵੀ ਹੈ। ਜਿਸ ਅੱਗੇ ਸਭ ਨਿਵੰਨ, ਜਿਸ ਹਰੀ ਦੇ ਅੱਗੇ ਸਾਰੇ ਝੁਕਦੇ ਆ, ਉਹਦੇ ਅੱਗੇ ਸਾਨੂੰ ਝੁਕਣਾ ਚਾਹੀਦਾ, ਉਹਦੇ ਨਾਲ ਸਾਨੂੰ ਜੁੜਨਾ ਚਾਹੀਦਾ। ਉਸ ਵਾਹਿਗੁਰੂ ਜੀ ਦੇ ਨਾਲ ਹਰ ਇੱਕ ਨੂੰ ਪ੍ਰਮਾਤਮਾ ਦੇ ਅੱਗੇ ਝੁਕਣਾ ਪੈਂਦਾ, ਕਿਉਂਕਿ ਬਾਕੀ ਸਾਰੀ ਕਿਰਤ ਹੈ ਉਹਦੀ, ਉਹ ਕਰਤਾ ਪੁਰਖ ਹੈ। ਇੱਕ ਓੰਕਾਰ, ਜੋ ਇੱਕ ਓੰਕਾਰ ਹੈ ਨਾ, ਉਹ ਕਰਤਾ ਪੁਰਖ ਹੈ ਸਾਰੀ ਸ੍ਰਿਸ਼ਟੀ ਦਾ, ਬਾਕੀ ਸਾਰੀ ਉਹਦੀ ਕਿਰਤ ਹੈ। ਇਸ ਕਰਕੇ ਕਿਰਤ ਕਰਤੇ ਦੇ ਅੱਗੇ ਝੁਕਦੀ ਹੈ। ਕੱਲਾ ਮਨੁੱਖ ਹੀ ਨਹੀਂ ਝੁਕਦਾ, ਦੇਵੀਆਂ, ਦੇਵਤੇ, ਪੀਰ, ਪੈਗੰਬਰ, ਅਵਤਾਰ, ਔਲੀਏ, ਰਿਸ਼ੀ, ਮੁਨੀ, ਸੰਤ, ਭਗਤ, ਗੁਰਸਿੱਖ ਸਾਰੇ ਹੀ ਵਾਹਿਗੁਰੂ ਦੇ ਅੱਗੇ ਝੁਕਦੇ ਆ। ਦਸ਼ਮੇਸ਼ ਪਾਤਸ਼ਾਹ ਨੇ ਸਾਨੂੰ ਆਖਿਆ ਨਾ, ਹੁਕਮ ਕੀਤਾ, ਕਹਿੰਦੇ ਖਾਲਸਾ ਜੀ ਤੁਸੀਂ ਪੂਜਾ ਅਕਾਲ ਦੀ ਕਰਨੀ ਹੈ, ਤੁਸੀਂ ਪਰਚਾ ਸ਼ਬਦ ਦਾ ਕਰਨਾ ਹੈ, ਤੁਸੀਂ ਦੀਦਾਰ ਖਾਲਸੇ ਦਾ ਕਰਨਾ ਹੈ। ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸਾਹਿਬ ਜੀ ਨੇ ਆਖਿਆ ਧਰਮ ਦੀ ਕਿਰਤ ਕਰਨੀ ਹੈ, ਵੰਡ ਕੇ ਛਕਣਾ ਹੈ, ਨਾਮ ਜਪਣਾ ਹੈ। ਇਸ ਕਰਕੇ ਉਹ ਅਕਾਲ ਪੁਰਖ ਵਾਹਿਗੁਰੂ ਜੀ ਦੇ ਅੱਗੇ ਸਭ ਨੂੰ ਝੁਕਣਾ ਪੈਂਦਾ। ਜਦੋਂ ਆਪਾਂ ਜਪਜੀ ਸਾਹਿਬ ਦਾ ਪਾਠ ਕਰਦੇ ਹਾਂ ਨਾ, ਤੇ 27ਵੀਂ ਪੌੜੀ ਜਦੋਂ ਪੜ੍ਹਦੇ ਹਾਂ, ਕਿਤੇ ਧਿਆਨ ਨਾਲ ਪੜ੍ਹੀਏ, ਇਕਾਗਰਤਾ ਨਾਲ ਪੜ੍ਹੀਏ, ਇੱਕ ਇੱਕ ਬਚਨ ਨੂੰ ਵਿਚਾਰ ਕੇ ਪੜ੍ਹੀਏ। ਤੇ ਸਾਧ ਸੰਗਤ ਜੀ ਮਹਾਰਾਜ ਨੇ ਕਿੰਨਾ ਗਿਣ ਕੇ ਦੱਸ ਦਿੱਤਾ ਵੀ ਕਿਹੜਾ ਕਿਹੜਾ ਉਹਦੇ ਜਸ ਨੂੰ ਗਾਉਂਦਾ ਤੇ ਕਿਹੜਾ ਕਿਹੜਾ ਨਮਸਕਾਰਾਂ ਕਰਦਾ। ਸੋਦਰ ਦੀ ਪੌੜੀ ਰਹਿਰਾ ਸਾਹਿਬ ਦੇ ਵਿੱਚ ਵੀ ਆਪਾਂ ਫਿਰ ਪੜ੍ਹਦੇ ਹਾਂ। ਫਿਰ ਅੱਗੇ ਆਸਾ ਰਾਗ ਵਿੱਚ, ਜਿੱਥੋਂ ਆਸਾ ਰਾਗ ਦੀ ਰੰਭਤਾ ਹੁੰਦੀ, ਉੱਥੇ ਫੇਰ ਮਹਾਰਾਜ ਨੇ ਉਚਾਰਿਆ। ਤੇ ਗਰੀਬ ਨਵਾਜ ਸਾਹਿਬ ਕਹਿੰਦੇ ਨਾ, ਗਾਵਹਿ ਤੁਹਾਨੂੰ ਪੌਣ ਪਾਣੀ ਬੈ ਸੰਤਰ, ਤਤ ਵੀ ਗਾ ਰਹੇ ਪਰਮੇਸ਼ਰ ਨੂੰ। ਫਿਰ ਆਖਿਆ ਦੇਵੀ ਦੇਵਤੇ ਵੀ ਗਾ ਰਹੇ। ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆ ਦਰ ਨਾਲੇ। ਇੰਦਰ ਦੇਵਤਾ ਜਸ ਗਾਉਂਦਾ ਪਿਆ। ਮਹਾਰਾਜ ਕਹਿੰਦੇ ਇੱਕ ਇੰਦਰ ਨਹੀਂ, ਕਈ ਇੰਦਰ ਦੇਵਤੇ ਜਸ ਗਾਉਂਦੇ ਪ੍ਰਭੂ ਦੇ, ਕਿਉਂਕਿ ਉਹ ਵੀ ਕਿਰਤ ਵਾ, ਕਰਤੇ ਪੁਰਖ ਦੇ ਪੈਦਾ ਕੀਤੇ ਹੋਏ। ਮਹਾਰਾਜ ਦੇਵਤਾ, ਇੰਦਰ ਦੇਵਤਾ ਕੱਲਾ ਹੀ ਗਾਉਂਦਾ ਜਸ? ਕਹਿੰਦੇ ਕੱਲਾ ਨਹੀਂ, ਆਪਣੇ ਸਾਰੀ ਫੌਜ ਦੇ ਨਾਲ, ਜਿੰਨੀ ਦੇਵਤਿਆਂ ਦੀ ਫੌਜ ਸਾਰੇ ਗਾਉਂਦੇ ਆ। ਦੇਵਤਿਆਂ ਦਰ ਨਾਲੇ, ਦਰ ਨਾਮ ਦਲ, ਫੌਜਾਂ, ਦੇਵਤਿਆਂ ਦੇ ਦਲ ਦੇ ਨਾਲ ਇੰਦਰ ਦੇਵਤਾ ਗਾਉਂਦਾ ਪਿਆ। ਗਾਵਹਿ ਈਸਰ ਬ੍ਰਹਮਾ ਦੇਵੀ, ਸ਼ਿਵ ਜੀ ਵੀ ਗਾ ਰਿਹਾ, ਬ੍ਰਹਮਾ ਵੀ ਗਾ ਰਿਹਾ, ਦੇਵੀਆਂ ਵੀ ਗਾ ਰਹੀਆਂ, ਦੇਵਤੇ ਵੀ ਗਾ ਰਹੇ। ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ, ਗਾਵਹਿ ਇੰਦ ਇਦਾਸਨ ਬੈਠੇ ਦੇਵਤਿਆਂ ਦਰ ਨਾਲੇ, ਗਾਵਹਿ ਸਿੱਧ ਸਮਾਧੀ ਅੰਦਰ, ਗਾਵਨ ਸਾਧ ਵਿਚਾਰੇ, ਗਾਵਨ ਜਤੀ ਸਤੀ ਸੰਤੋਖੇ, ਗਾਵਹਿ ਵੀਰ ਕਰਾਰੇ। ਇਹ ਸਾਰੇ ਗਾ ਰਹੇ ਉਸ ਪਰਮੇਸ਼ਰ ਦੇ ਜਸ ਨੂੰ। ਗੁਰਬਾਣੀ 'ਚ ਲਿਖਿਆ, ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ਰ ਦੇ ਭੇਜੇ ਹੋਏ ਅਵਤਾਰ ਵੀ ਉਹਦੇ ਜਸ ਨੂੰ ਗਾਉਂਦੇ। ਉਹਦੀ ਬੇਅੰਤਤਾ ਨੂੰ ਅਵਤਾਰ ਵੀ ਨਹੀਂ ਜਾਣ ਸਕਦੇ। ਕਦੀ ਉਹ 14 ਕਲਾ ਵਾਲੇ ਅਵਤਾਰ ਭੇਜਦਾ ਹੈ, ਕਦੀ 14 ਕਲਾ ਵਾਲੇ ਅਵਤਾਰ ਭੇਜਦਾ ਹੈ, ਕਦੀ ਨਿਤ ਅਵਤਾਰ ਸੰਸਾਰ ਤੇ ਭੇਜਦਾ ਹੈ, ਕਦੀ ਨਿਮਿਤ ਅਵਤਾਰ ਭੇਜਦਾ ਹੈ। ਪਰ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਨੇ ਆਖਿਆ, ਅਵਤਾਰ ਨਾ ਜਾਣਹਿ ਅੰਤ, ਪਰਮੇਸ਼ਰ ਪਾਰ ਬ੍ਰਹਮ ਬੇਅੰਤ।
ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ, ਉਹ ਤਾਂ ਆਪ ਹੀ ਆਏ ਨਾ। ਫਿਰ ਨਿਰਗੁਣ ਆਪ ਸਰਗੁਣ ਵੀ ਉਹੀ, ਕਲਾ ਧਾਰ ਜਿਨ ਸਗਲੀ ਮੋਹੀ। ਪਰਮੇਸ਼ਰ ਵਾਹਿਗੁਰੂ ਜੀ ਆਪ ਹੀ ਸਰਗੁਣ ਜਾਮਾ ਧਾਰਨ ਕਰਕੇ ਆਏ ਤੇ 10 ਰੂਪ ਧਾਰਨ ਕੀਤੇ ਤੇ ਹੁਣ ਸ਼ਬਦ ਰੂਪ ਹੋ ਕਰਕੇ ਜੀਵਾਂ ਦੀ ਕਲਿਆਣ ਕਰ ਰਹੇ। ਆਪ ਨਿਰੰਕਾਰ, ਵਾਹ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੇ ਵੱਡੇ ਅਵਰ ਨਾ ਕੋਏ। ਵਾਹ ਵਾਹੋ ਅਗਮੇ ਅਥਾਹੋ ਹੈ, ਵਾਹ ਵਾਹੋ ਸੱਚਾ ਸੋਏ। ਜਦੋਂ ਕਲਗੀਧਰ ਪਾਤਸ਼ਾਹ ਜੀ ਦੀ ਬਾਣੀ ਪੜ੍ਹਦੇ ਹਾਂ, ਭਗਉਤੀ ਕੀ ਵਾਰ, ਪਹਿਲੀ ਪੌੜੀ ਅਰਦਾਸ ਹੈ ਜੋ ਆਪਾਂ ਅਰਦਾਸ ਕਰਦੇ ਹਾਂ, ਤੇ ਪਹਿਲੀ ਪੌੜੀ ਹੈ। ਜਿਹੜੀ ਦੂਸਰੀ ਪੌੜੀ ਹੈ ਨਾ ਭਗਉਤੀ ਕੀ ਵਾਰ ਦੀ, ਚੰਡੀ ਦੀ ਵਾਰ ਦੀ, ਉਹਦੇ 'ਚ ਦਸ਼ਮੇਸ਼ ਪਾਤਸ਼ਾਹ ਕਹਿੰਦੇ, ਪੌੜੀ ਖੰਡਾ ਪ੍ਰਿਥਮੈ ਸਾਜ ਕਹਿ ਜਿਨ ਸਭ ਸਹਿ ਸਾਰਿਓ ਪਾਇਆ। ਬ੍ਰਹਮਾ ਵਿਸ਼ਨ ਮਹੇਸ਼ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ। ਸਿੰਧ ਪਰਬਤ ਮੇਦਨੀ ਬਿਨ ਥੰਮਾ ਗਗਨ ਰਹਾਇਆ। ਸਿਰਜੇ ਦਾਨੋ ਦੇਵਤੇ ਤਿਨ ਅੰਦਰ ਬਾਦ ਰਚਾਇਆ। ਤੈਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ 'ਚ ਬਚਨ ਆਏ ਆ, ਕੋਟ ਦੁਰਗਾ ਜਾ ਕੇ ਮਰਦਨ ਕਰੈ। ਇੱਕ ਦੁਰਗਾ ਦੇਵੀ ਨਹੀਂ, ਕਰੋੜਾ ਦੁਰਗਾ ਦੇਵੀਆਂ ਪਰਮੇਸ਼ਰ ਦੇ ਚਰਨ ਝੱਸਦੀਆਂ, ਮੁੱਠੀ ਚਾਪੀ ਕਰਦੀਆਂ, ਉਹਦੀਆਂ ਪੈਦਾ ਕੀਤੀਆਂ ਹੋਈਆਂ। ਤੈਹੀ ਦੁਰਗਾ ਸਾਜ ਕੇ ਦੈਂਤਾਂ ਦਾ ਨਾਸ ਕਰਾਇਆ। ਤੈਥੋਂ ਹੀ ਬਲ ਰਾਮ ਲੈ ਨਾਲ ਬਾਣਾ ਦਹਿ ਸਿਰਕਾਇਆ। ਤੈਥੋਂ ਹੀ ਬਲ ਕ੍ਰਿਸ਼ਨ ਲੈ ਕੰਸ ਕੇਸੀ ਪਕੜ ਗਿਰਾਇਆ। ਵੱਡੇ ਵੱਡੇ ਮੁਨ ਦੇਵਤੇ ਕਈ ਯੁੱਗ ਤਿਨੀ ਤਨ ਤਾਇਆ। ਕਿਨੀ ਤੇਰਾ ਅੰਤ ਨਾ ਪਾਇਆ। हे ਵਾਹਿਗੁਰੂ, ਕਿਸੇ ਨੇ ਤੇਰਾ ਅੰਤ ਨਹੀਂ ਪਾਇਆ। ਜੋ ਜੇਠ ਹੈ ਨਾ ਸਾਧ ਸੰਗਤ ਜੀ, ਜੇਠ ਦਾ ਅਰਥ ਤੇ ਜੇਠ ਦਾ ਮਹੀਨਾ ਹੀ ਹੈ, ਪਰ ਇਹਦੇ ਤੋਂ ਹੋਰ ਵੀ ਵਿਚਾਰ ਮਹਾਂਪੁਰਖ ਦਿੰਦੇ ਆ ਵੀ ਜੇਠ ਪਦ ਤੋਂ ਵੀ ਇੱਕ ਸਾਡੇ ਪਰਿਵਾਰ ਦੇ ਵਿੱਚ ਇੱਕ ਰਿਸ਼ਤਾ ਵੀ ਹੈ ਜੇਠ ਦਾ। ਜੇਠ ਵੱਡੇ ਨੂੰ ਕਿਹਾ ਜਾਂਦਾ, ਛੋਟੇ ਨੂੰ ਦਿਓਰ ਕਿਹਾ ਜਾਂਦਾ ਤੇ ਵੱਡੇ ਨੂੰ ਜੇਠ ਕਿਹਾ ਜਾਂਦਾ। ਇੱਕ ਜੇਠ ਅੱਖਰ ਤੋਂ ਆਮ ਕਰਕੇ ਕਈਆਂ ਪਿੰਡਾਂ ਦੇ ਵਿੱਚ ਸਮਾਧੇ ਬਣੇ ਹੋਏ ਹਨ। ਕਈ ਪਰਿਵਾਰ ਮੰਨਦੇ ਆ ਵੀ ਇਹ ਸਾਡੇ ਬਜ਼ੁਰਗਾਂ ਦਾ ਸਮਾਧਾ ਜੀ, ਕਹਿੰਦੇ ਜਠੇਰੇ ਆ, ਇਹ ਜਠੇਰੇ ਆ ਜੀ, ਇਹ ਜਠੇਰਾ। ਉਹ ਜੇਠ ਤੋਂ ਫਿਰ ਵਿਚਾਰ ਦਿੰਦੇ ਵੀ ਜਠੇਰਾ ਵੱਡੇ ਨੂੰ ਕਿਹਾ ਜਾਂਦਾ। ਫਿਰ ਵਿਚਾਰ ਕਰੀਏ ਤੇ ਸਭ ਤੋਂ ਵੱਡਾ ਜਠੇਰਾ ਕੌਣ ਹੋਇਆ? ਸਭ ਤੋਂ ਵੱਡਾ ਜਠੇਰਾ ਤੇ ਮਹਾਰਾਜ ਕਹਿੰਦੇ ਸਭ ਤੋਂ ਵੱਡਾ ਤੇ ਭਾਈ ਪਰਮੇਸ਼ਰ ਹੀ ਆ, ਅਕਾਲ ਪੁਰਖ ਵਾਹਿਗੁਰੂ। ਬਾਕੀ ਤੇ ਸਾਰੇ ਉਹਦੇ ਪੈਦਾ ਕੀਤੇ ਹੀ ਆ ਨਾ, ਭਾਵੇਂ ਆਪਣੇ ਤੋਂ 4-5 ਪੀੜ੍ਹੀਆਂ ਪਹਿਲਾਂ ਪੈਦਾ ਹੋਏ ਜਾਂ 7-10 ਪੀੜ੍ਹੀਆਂ ਪਹਿਲਾਂ ਕੋਈ ਪੈਦਾ ਹੋਇਆ, ਉਹਨੂੰ ਕਹਿ ਦਿੱਤਾ ਵੀ ਇਹ ਸਾਡਾ ਜਠੇਰਾ ਜੀ। ਪਰ ਸਭ ਤੋਂ ਪਹਿਲਾਂ ਜਿਹਦੇ ਆਦ ਅੰਤ ਨੂੰ ਕੋਈ ਜਾਣ ਹੀ ਨਹੀਂ ਸਕਦਾ, ਆਦਿ ਅੰਤ ਇੱਕ ਹੈ ਅਵਤਾਰਾ ਸੋਈ ਗੁਰੂ ਸਮਝੀਆ ਉਹ ਹਮਾਰਾ, ਉਹਦੇ ਸਾਹਮਣੇ ਤੇ ਸਾਰੇ ਛੋਟੇ ਹੀ ਆ ਨਾ, ਛੁਟੇਰੇ ਹੀ ਆ। ਸਭ ਦਾ ਜੇਠ ਤਾਂ ਉਹ ਪਰਮੇਸ਼ਰ ਆਪ ਹੀ ਹੈ, ਸਭ ਤੋਂ ਵੱਡਾ ਆਪ ਹੀ ਹੈ। ਇਸ ਕਰਕੇ ਮਹਾਰਾਜ ਕਹਿੰਦੇ ਜਿਹਦੇ ਅੱਗੇ ਸਾਰੇ ਨਿਮਦੇ ਆ, ਸਾਰੇ ਝੁਕਦੇ, ਜੋ ਸਭ ਤੋਂ ਵੱਡਾ ਹੈ, ਸਭ ਉੱਪਰ ਵੱਡੇ ਵਡਾਉਣਾ। ਐਸੇ ਹਰੀ ਦੇ ਨਾਲ ਜੁੜਨਾ ਚਾਹੀਦਾ ਜਿਸ ਅੱਗੇ ਸਭ ਨਿਵੰਨ, ਜਿਸ ਅੱਗੇ ਸਾਰੇ ਹੀ ਰੂਹਾਨੀ ਤੇ ਜਿਸਮਾਨੀ ਤਾਕਤਾਂ ਵਾਲੇ ਝੁਕਦੇ ਹਨ। ਦਾਵਣ ਨਾਮ ਸਾਧ ਸੰਗਤ ਜੀ ਪੱਲੇ ਦਾ ਹੈ। ਉਸ ਹਰੀ ਸੱਜਣ ਦੇ ਦਾਵਣ ਲੱਗਿਆ, ਜਿਹੜਾ ਪੱਲੇ ਲੱਗ ਗਿਆ, ਜਿਹੜਾ ਉਹਦੇ ਪੱਲੇ ਲੱਗ ਜਾਂਦਾ ਨਾ, ਵਾਹਿਗੁਰੂ ਪਰਮੇਸ਼ਰ ਦੇ ਪੱਲੇ ਨੂੰ ਫੜ ਲੈਂਦਾ ਹੈ। ਸ਼ਬਦ ਰੂਪੀ ਪੱਲੇ ਨੂੰ, ਸ਼ਰਨ ਰੂਪੀ ਪੱਲੇ ਨੂੰ, ਨਾਮ ਰੂਪੀ ਪੱਲੇ ਦੇ ਲੜ ਲੱਗ ਜਾਂਦਾ ਹੈ। ਜਿਹੜਾ ਨਾਮ ਜਪਦਾ ਵਾਹਿਗੁਰੂ ਦਾ, ਉਹਦੀ ਸ਼ਰਨ ਵਿੱਚ ਆ ਜਾਂਦਾ, ਸਿੱਖੀ ਧਾਰਨ ਕਰ ਲੈਂਦਾ, ਉਪਦੇਸ਼ ਧਾਰਨ ਕਰ ਲੈਂਦਾ ਹੈ। ਇਹ ਉਪਦੇਸ਼ ਰੂਪੀ ਪੱਲੇ ਨੂੰ ਜਿਹੜਾ ਫੜ ਲੈਂਦਾ ਹੈ, ਜਿਹੜਾ ਫਿਰ ਪੱਲੇ ਲੱਗ ਗਿਆ, ਹਰ ਸੱਜਣ ਦਾਵਣ ਲੱਗਿਆ, ਜਿਹੜਾ ਲੱਗ ਗਿਆ ਨਾ ਵਾਹਿਗੁਰੂ ਪਰਮੇਸ਼ਰ ਦੇ ਦਾਵਣ ਪੱਲੇ ਦੇ ਨਾਲ, ਫਿਰ ਆਪਣੇ ਲੜ ਲੱਗਿਆ ਹੋਇਆਂ ਨੂੰ ਕਿਸਾ ਨਾ ਦੇ ਬੰਨ, ਫਿਰ ਬੰਨ ਕੇ ਅੱਗੇ ਕਿਸੇ ਨੂੰ ਨਹੀਂ ਉਹ ਦਿੰਦਾ। ਜਿਹੜਾ ਇੱਕ ਵਾਰੀ ਪਰਮੇਸ਼ਰ ਦੀ ਸ਼ਰਨ ਵਿੱਚ ਪੈ ਗਿਆ ਨਾ, ਫਿਰ ਉਹ ਕਿਸੇ ਨੂੰ ਨਹੀਂ ਦਿੰਦਾ। ਕਿਸੇ ਨੂੰ ਤੇ ਅੱਗੇ ਉਹਦੇ ਸੰਤ ਭਗਤ ਨਹੀਂ ਦਿੰਦੇ। ਜਿਹੜਾ ਉਹਦੇ ਪਿਆਰਿਆਂ ਦੀ ਸ਼ਰਨ ਵਿੱਚ ਆ ਜਾਂਦਾ, ਆਪਾਂ ਤੇ ਕੁਰਬਾਨ ਕਰ ਦਿੰਦੇ ਆ, ਪਰ ਕਿਸੇ ਦੇ ਹਵਾਲੇ ਨਹੀਂ ਕਰਦੇ। ਜਿਵੇਂ ਸੰਤ ਬਾਬਾ ਵੀਰ ਸਿੰਘ ਸਾਹਿਬ ਜੀ ਨੇ ਸ਼ਹਾਦਤ ਤਾਂ ਪ੍ਰਾਪਤ ਕਰ ਲਈ, ਪਰ ਆਖਿਆ ਜਿੰਨੇ ਗੁਰੂ ਕੀ ਸ਼ਰਨ ਵਿੱਚ ਆਏ ਆ ਇੱਥੇ ਖਾਲਸੇ ਦੇ ਦੀਵਾਨ ਵਿੱਚ, ਉਹਨਾਂ ਨੂੰ ਦਿੱਤਾ ਨਹੀਂ ਜਾ ਸਕਦਾ। ਡੋਗਰਿਓ ਤੁਹਾਨੂੰ ਨਹੀਂ ਦੇ ਸਕਦੇ। ਤੇ ਜਿਹੜਾ ਪਰਮੇਸ਼ਰ ਦੇ ਪੱਲੇ ਲੱਗ ਜਾਂਦਾ, ਪਰਮੇਸ਼ਰ ਬੰਨ ਕੇ ਅੱਗੇ ਕਿਸੇ ਨੂੰ ਨਹੀਂ ਦਿੰਦਾ। ਜਮਦੂਤਾਂ ਨੂੰ ਨਹੀਂ ਦਿੰਦਾ, ਧਰਮ ਰਾਜਾ ਨੂੰ ਨਹੀਂ ਦਿੰਦਾ, ਨਰਕਾਂ ਵੱਲ ਨੂੰ ਨਹੀਂ ਤੋਰਦਾ, 84 ਦੇ ਗੇੜੇ ਵੱਲ ਨੂੰ ਨਹੀਂ ਦਿੰਦਾ। ਫਿਰ ਉਹਨਾਂ ਦੀ ਲਾਜਪਤ ਰੱਖਦੇ, ਰਾਖੀ ਕਰਦੇ ਹਨ ਪ੍ਰਭੂ ਜੀ। ਮਹਾਰਾਜ ਕਹਿੰਦੇ ਪਰਮੇਸ਼ਰ ਵਾਹਿਗੁਰੂ ਜੀ ਦਾ ਨਾਮ ਮਾਣਕ ਤੇ ਮੋਤੀ ਹੈ। ਮਾਣਕਾਂ ਦੀ ਤਰ੍ਹਾਂ
ਸਾਧ ਸੰਗਤ ਜੀ, ਉਹ ਪਰਮੇਸ਼ਰ ਦਾ ਨਾਮ ਸੁੱਚਾ ਹੈ, ਮੋਤੀ ਦੀ ਤਰ੍ਹਾਂ ਉਜਲਾ ਹੈ। ਇਹ ਦੁਨਿਆਵੀ ਜਿਹੜੇ ਮਾਣਕ ਮੋਤੀ ਆ, ਭਾਵੇਂ ਬਹੁਤ ਹੀ ਕੀਮਤ ਵਾਲੇ ਆ, ਪਰ ਫਿਰ ਵੀ ਇਹਨਾਂ ਦੀ ਕੋਈ ਕੀਮਤ ਹੁੰਦੀ ਆ, ਕੋਈ ਮੁੱਲ ਪੈ ਜਾਂਦਾ ਹੈ ਮਾਣਕਾਂ ਮੋਤੀਆਂ ਦਾ। ਪਰ ਜੋ ਪਰਮੇਸ਼ਰ ਦਾ ਨਾਮ ਰੂਪੀ ਮਾਣਕ ਮੋਤੀ ਆ ਨਾ, ਉਹਦੇ ਕੋਈ ਕੀਮਤ ਨਹੀਂ ਪਾ ਸਕਦਾ ਹੈ। ਸਾਈਂ ਨਾਮ ਅਮੋਲ, ਕੀਮ ਨਾ ਕੋਈ ਜਾਣ ਦੋ। ਪ੍ਰਭੂ ਦੇ ਨਾਮ ਤੋਂ ਦੁਨੀਆ ਦੀ ਸਾਰੀ ਦੌਲਤ ਕੁਰਬਾਨ ਕੀਤੀ ਜਾ ਸਕਦੀ ਹੈ। ਨਾਮ ਇੰਨਾ ਮਹਾਨ, ਜਿਹਦੇ ਹਿਰਦੇ ਵਿੱਚ ਵਸ ਜਾਵੇ ਉਹਨੂੰ ਸੰਤ ਬਣਾ ਦਿੰਦਾ ਹੈ, ਭਗਤ ਬਣਾ ਦਿੰਦਾ ਹੈ, ਮਹਾਂਪੁਰਖ ਬਣਾ ਦਿੰਦਾ ਨਾਮ। ਜਿਹੜਾ ਨਾਮ ਦੇ ਲੜ ਲੱਗ ਜਾਵੇ, ਜਿਸ ਦੇ ਹਿਰਦੇ ਵਿੱਚ ਮਾਣਕ ਮੋਤੀ ਪ੍ਰਭੂ ਦਾ ਨਾਮ ਵਸ ਜਾਵੇ, ਉਸ ਨੂੰ ਬ੍ਰਹਮ ਗਿਆਨੀ ਬਣਾ ਦਿੰਦਾ ਹੈ, ਉਸ ਨੂੰ ਦੇਸ਼ ਭਗਤ ਬਣਾ ਦਿੰਦਾ ਹੈ, ਉਸ ਨੂੰ ਪ੍ਰਭੂ ਦਾ ਭਗਤ ਬਣਾ ਦਿੰਦਾ ਹੈ। ਉਹਦੇ ਚਰਨਾਂ ਦੀ ਧੂੜੀ ਦੇ ਨਾਲ ਵੀ ਕਲਿਆਣ ਹੋ ਜਾਂਦੀ ਹੈ। ਅੰਤਰਜਾਮੀ ਪੁਰਖ ਵਿਧਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਇਹ ਸੁਖ ਮੰਗੈ ਮੋਕੋ ਕਰ ਸੰਤਨ ਕੀ ਧੂਰੇ। ਕਿਹੜੇ ਸੰਤਾਂ ਦੀ ਚਰਨ ਧੂੜੀ? ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵਸਿਆ ਹੋਇਆ, ਜਿਨ੍ਹਾਂ ਨੂੰ ਮਹਾਰਾਜ ਸਾਹਿਬ ਨੇ ਆਪਣੇ ਦਰ ਘਰ ਦੀ ਸੇਵਾ ਤੇ ਆਪਣੇ ਦਰ ਦਾ ਸਿਮਰਨ ਬਖਸ਼ਿਸ਼ ਕੀਤਾ ਹੋਇਆ। ਪੰਜਵੇਂ ਪਾਤਸ਼ਾਹ ਨੇ ਜੈਤਸਰੀ ਕੀ ਵਾਰ ਦੇ ਵਿੱਚ ਵੀ ਬਚਨ ਕੀਤੇ। ਕਹਿੰਦੇ ਭਾਵੇਂ ਕੋਈ ਰਹਿੰਦਾ ਹੋਵੇ ਟੁੱਟੀ ਜੀ ਝੋਪੜੀ ਦੇ ਵਿੱਚ, ਭਾਈ ਐਮੇ ਦਾ ਜ਼ਿਕਰ ਕੀਤਾ, ਉੱਥੇ ਗਏ ਸੀ, ਮਹਾਰਾਜ ਨੇ ਪ੍ਰਸ਼ਾਦਾ ਵੀ ਛਕਿਆ ਸੀ, ਛਾਪੜੀ ਸਾਹਿਬ। ਉੱਥੇ ਇਹ ਵੀ ਸ਼ਬਦ ਉਚਾਰਿਆ ਸੀ, ਭਲੀ ਸੁਹਾਵੀ ਛਾਪਰੀ ਜਾ ਮਹਿ ਗੁਣ ਗਾਏ, ਕਿਤ ਹੀ ਕਾਮਨਾ ਧੌਲ ਹਰ ਜਿਤ ਹਰ ਬਿਸਰਾਏ। ਬਾਬਾ ਬਿਧੀ ਚੰਦ ਸਾਹਿਬ ਜੀ ਵੀ ਨਾਲ ਸਨ, 5 ਸਿੱਖ ਸੀ ਮਹਾਰਾਜ ਦੇ ਨਾਲ। ਰਾਤ ਠਹਿਰੇ ਸੀ ਭਾਈ ਹੇਮੇ ਦੀ ਝੋਪੜੀ ਦੇ ਵਿੱਚ। ਗਰੀਬ ਨਵਾਜ ਕਹਿੰਦੇ ਭਾਵੇਂ ਕੋਈ ਟੁੱਟੀ ਛੰਨ ਵਿੱਚ ਰਹਿੰਦਾ ਹੋਵੇ, ਕੱਪੜੇ ਵੀ ਪਾਟੇ ਹੋਣ, ਜਾਤ ਵੀ ਉੱਚੀ ਨਾ ਹੋਵੇ, ਕੋਈ ਜਾਣਦਾ ਪਛਾਣਦਾ ਵੀ ਨਾ ਹੋਵੇ, ਕੋਈ ਸੰਬੰਧ ਵੀ ਨਾ ਰੱਖਦਾ ਹੋਵੇ, ਪਰ ਜੇ ਉਹਦੇ ਹਿਰਦੇ 'ਚ ਨਾਮ ਵਸਿਆ ਨਾ, ਮਹਾਰਾਜ ਕਹਿੰਦੇ ਸਾਡੀ ਨਜ਼ਰ ਵਿੱਚ ਉਹ ਦੁਨੀਆ ਦਾ ਰਾਜਾ ਵਾ। ਰਾਜਾ ਮਹਾਰਾਜ ਕਹਿੰਦੇ ਉਹ ਹੀ ਨਹੀਂਗਾ ਜਿਹੜਾ ਤਖਤ ਤੇ ਬੈਠਾ, ਜੇ ਉਹਦਾ ਮਨ ਭੁੱਖਾ ਤੇ ਉਹ ਕੰਗਾਲ ਵਾ। ਜਿਹੜਾ ਝੋਪੜੀ 'ਚ ਬੈਠਾ ਹੋਇਆ, ਜੇ ਉਹ ਅੰਦਰੋਂ ਰੱਜਿਆ ਹੋਇਆ ਤੇ ਉਹ ਰਾਜਾ ਵਾ। ਮਹਾਰਾਜ ਨੇ ਬਚਨਾ, ਬਸਤਾ ਟੂਟੀ ਝੁੰਪੜੀ ਚੀਰ ਸਭ ਛਿੰਨਾ, ਜਾਤ ਨਾ ਪਤ ਨਾ ਆਦਰੋ ਉਦਿਆਨ ਪਰਮਿੰਨਾ, ਮਿੱਤਰ ਨਾ ਇਠ ਧਨ ਰੂਪ ਹੀਨ ਕਿਛ ਸਾਖ ਨਾ ਸਿੰਨਾ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ। ਜੇ ਮਨ ਭਿੱਜਾ ਹੋਇਆ ਨਾਮ ਦੇ ਵਿੱਚ ਤੇ ਉਹ ਝੋਪੜੀ 'ਚ ਰਹਿਣ ਵਾਲਾ ਸਾਰੀ ਸ੍ਰਿਸ਼ਟੀ ਦਾ ਰਾਜਾ। ਤੇ ਅਗਲਾ ਬਚਨ ਸਿਰੇ ਦਾ ਕੀਤਾ ਫਿਰ ਮਹਾਰਾਜ ਕਹਿੰਦੇ, ਰਾਜਾ ਸਗਲੀ ਸ੍ਰਿਸ਼ਟ ਕਾ ਹਰ ਨਾਮ ਮਨ ਭਿੰਨਾ, ਤਿਸ ਕੀ ਧੂੜ ਮਨ ਉਧਰੈ ਪ੍ਰਭ ਹੋਏ ਸੋ ਪ੍ਰਸੰਨਾ। ਐਸੇ ਗੁਰਮੁਖ ਦੇ ਚਰਨਾਂ ਦੀ ਧੂੜੀ ਮਿਲ ਜਾਵੇ ਤੇ ਪਾਪ ਕੱਟੇ ਜਾਂਦੇ, ਉਧਾਰ ਹੋ ਜਾਂਦਾ। ਗੁਰ ਸਿੱਖਾਂ ਕੀ ਹਰ ਧੂੜ ਦੇਹ ਹਮ ਪਾਪੀ ਭੀ ਗਤ ਪਾਹੇ। ਉਹਨਾਂ ਦਾ ਸਰੀਰ ਇੰਨਾ ਪਵਿੱਤਰ ਕਿਵੇਂ ਹੋ ਗਿਆ, ਉਹਨਾਂ ਦੀ ਚਰਨ ਧੂੜੀ ਇੰਨੀ ਪਵਿੱਤਰ ਕਿਵੇਂ ਹੋ ਗਈ? ਮਹਾਰਾਜ ਕਹਿੰਦੇ ਉਹਨਾਂ ਦੇ ਹਿਰਦੇ 'ਚ ਨਾਮ ਵਸਿਆ। ਜਿਨ੍ਹਾਂ ਦੇ ਅੰਦਰ ਨਾਮ ਵਸ ਜਾਵੇ ਨਾ, ਤੇ ਮਹਾਰਾਜ ਕਹਿੰਦੇ ਉਹ ਤਾਂ ਬੇਕੀਮਤੀ ਹੋ ਜਾਂਦੇ। ਜਿਵੇਂ 5 ਭਗਤਾਂ ਦੇ ਸੰਬੰਧ ਵਿੱਚ ਮਹਾਰਾਜ ਨੇ ਆਖਿਆ, ਮਹੱਲਾ 5ਵਾਂ, ਗੋਬਿੰਦ 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 ਸੰਗ ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਭਗਤ ਨਾਮਦੇਵ ਸਾਹਿਬ ਜੀ ਨੂੰ ਦੁਨੀਆ ਦੇ ਲੋਕ ਜਾਤੀ ਸੂਚਕ ਨਾਮ ਲੈ ਕਰਕੇ ਕਹਿੰਦੇ ਸੀ ਅੱਧੀ ਕੌਡੀ ਦਾ ਸ਼ੀਂਬਾ, ਇਸ ਤਰ੍ਹਾਂ ਬੁਲਾਉਂਦੇ ਸੀ। ਮਹਾਰਾਜ ਕਹਿੰਦੇ ਹਿਰਦੇ 'ਚ ਨਾਮ ਵਸਿਆ, ਮਨ ਲੀਨ ਕਰ ਦਿੱਤਾ ਭਗਤ ਨਾਮਦੇਵ ਸਾਹਿਬ ਜੀ ਨੇ ਨਾਮ ਦੇ ਨਾਲ। ਜਿਵੇਂ ਸੂਈ ਧਾਗੇ ਦੇ ਨਾਲ ਕੱਪੜਾ ਸੀ ਦਈਦਾ ਨਾ, ਇਸ ਤਰ੍ਹਾਂ ਉਹਨੇ ਆਪਣੇ ਹਿਰਦੇ ਦੇ ਵਿੱਚ ਨਾਮ ਹੀ ਪਰੋ ਕੇ ਰੱਖ ਲਿਆ। ਬਿਨ ਤਾਗੇ ਬਿਨ ਸੂਈ ਆਨੀ, ਮਨ ਹਰ ਭਗਤੀ ਸੰਗ ਸੀਵਣਾ। ਨਾਮ ਦਿਓ ਮਨ ਲੀਣਾ, ਆਠ ਦਾਮ ਕੋ ਸ਼ੀਪਰੋ ਹੋਇਓ ਲਾਖੀਣਾ। ਦੁਨੀਆ ਅੱਧੀ ਕੌਡੀ ਦਾ ਕਹਿੰਦੀ ਹੈ, ਪੰਜਵੇਂ ਪਾਤਸ਼ਾਹ ਕਹਿੰਦੇ ਉਹ ਤਾਂ ਲੱਖਾਂ ਦਾ ਹੋ ਗਿਆ, ਬੇਕੀਮਤੀ ਹੋ ਗਿਆ। ਬੁਣਨਾ ਤਣਨਾ ਤਿਆਗ ਕੇ ਪ੍ਰੀਤ ਚਰਨ ਕਬੀਰਾ, ਨੀਚ ਕੁਲਾ ਝੋਲਾ ਹਰਾ ਭਇਓ ਗੁਣੀ ਗਹੀਰਾ। ਲੋਕ ਨੀਵੀਂ ਕੁਲ ਵਾਲਾ ਤੇ ਜੁਲਾਇਆ ਕਹਿ ਕੇ ਕਬੀਰ ਸਾਹਿਬ ਨੂੰ ਬੁਲਾਉਂਦੇ ਸੀ। ਮਹਾਰਾਜ ਕਹਿੰਦੇ ਪ੍ਰੀਤ ਕੀਤੀ ਪ੍ਰਭੂ ਦੇ ਨਾਲ, ਉਹ ਗੁਣਾਂ ਦਾ ਸਮੁੰਦਰ ਬਣ ਗਿਆ, ਗੁਣਾਂ ਦਾ ਸਮੁੰਦਰ। ਰਵਿਦਾਸ ਢੋਵੰਤਾ ਢੋਰ ਨੀਤ ਤਿੰਨ ਤਿਆਗੀ ਮਾਇਆ, ਮਰੇ ਪਸ਼ੂ ਢੋਂਦੇ ਸੀ ਭਗਤ ਰਵਿਦਾਸ ਸਾਹਿਬ। ਕਿੱਤਾ ਸੀ ਉਹਨਾਂ ਦਾ ਪਿਤਾ ਪੁਰਖੀ, ਮਰੇ ਪਸ਼ੂਆਂ ਦਾ ਚੰਮ ਲਾ ਕਰਕੇ ਜੁੱਤੀਆਂ ਬਣਾਇਆ ਕਰਦੇ ਸੀ। ਤੇ ਮਹਾਰਾਜ ਕਹਿੰਦੇ ਮਾਇਆ ਦਾ ਤਿਆਗ ਕੀਤਾ, ਸਿਮਰਨ ਕੀਤਾ। ਭਗਤ ਰਵਿਦਾਸ ਸਾਹਿਬ ਜੀ ਨੇ ਪਰਮੇਸ਼ਰ ਦਾ ਦਰਸ਼ਨ ਪ੍ਰਾਪਤ ਕੀਤਾ।
ਰਵਿਦਾਸ ਢੋਵੰਤਾ ਢੋਰ ਨੀਤ ਤਿਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਸੈਨ ਨਾਈ ਬੁਤਕਾਰੀਆ ਉਹ ਘਰ ਘਰ ਸੁਣਿਆ, ਹਿਰਦੈ ਵਸਿਆ ਪਾਰ ਬ੍ਰਹਮ ਭਗਤਾ ਮਹਿ ਗਣਿਆ। ਇਹ ਬਿਧ ਸੁਣ ਕੇ ਜਟ ਰੋਠ ਭਗਤੀ ਲਾਗਾ, ਮਿਲੇ ਪ੍ਰਤੱਖ ਗੁਸਾਈਆਂ ਧੰਨਾ ਵਟ ਭਾਗਾ। ਇਹ ਨਾਮ ਦੀਆਂ ਸਾਰੀਆਂ ਬਰਕਤਾਂ ਜਿਨ੍ਹਾਂ ਦੇ ਹਿਰਦੇ ਵਿੱਚ ਵਸ ਜਾਂਦਾ ਹੈ ਮਾਨਕ ਮੋਤੀ ਪ੍ਰਭੂ ਦਾ ਨਾਮ, ਉਹ ਫਿਰ ਮਹਾਨ ਹੋ ਜਾਂਦੇ ਹੈ। ਪ੍ਰਭੂ ਦਾ ਨਾਮ ਬੇਕੀਮਤੀ ਹੈ, ਇਹ ਮਾਨਕ ਤੇ ਮੋਤੀਆਂ ਦੀ ਤਰ੍ਹਾਂ ਹੈ। ਮਾਰੇ ਕਹਿੰਦੇ ਦੁਨੀਆ ਦੇ ਜਿਹੜੇ ਮਾਨਕ ਮੋਤੀ ਆ ਦੌਲਤ ਹੈ ਇਹਨੂੰ ਤੇ ਸੰਨ ਲੱਗ ਜਾਂਦੀ। ਕੋਈ ਪਾੜ ਲਾ ਕੇ ਨਾ ਕੰਧ ਨੂੰ ਪਾੜ ਲਾ ਕੇ ਸੰਨ ਲਾ ਕੇ ਤੇ ਚੋਰੀ ਕਰ ਲੈਂਦਾ ਵਾ। ਸੋਨੇ ਚਾਂਦੀ ਨੂੰ ਮਾਨਕਾਂ ਮੋਤੀਆਂ ਨੂੰ ਚੋਰੀ ਕੀਤਾ ਜਾਂਦਾ। ਕਈ ਵਾਰੀ ਲੋਕ ਬੈਂਕਾਂ ਵੀ ਲੁੱਟ ਕੇ ਲੈ ਜਾਂਦੇ, ਚੋਰੀ ਹੋ ਜਾਂਦੀ, ਬੈਂਕਾਂ ਦੇ ਵਿੱਚ ਵੀ ਹੋ ਜਾਂਦੀ, ਘਰਾਂ 'ਚ ਵੀ ਹੋ ਜਾਂਦੀ। ਇਹਨਾਂ ਨੂੰ ਤੇ ਸੰਨ ਵੀ ਲੱਗ ਜਾਂਦਾ, ਪਾੜ ਵੀ ਲੱਗ ਜਾਂਦਾ। ਪਰ ਜਿਹੜਾ ਪਰਮੇਸ਼ਰ ਦਾ ਨਾਮ ਰੂਪੀ ਮਾਨਕ ਮੋਤੀ ਹੈ ਨਾ, ਇਹਨੂੰ ਕੋਈ ਸੰਨ ਨਹੀਂ ਲਾ ਸਕਦਾ। ਇਹਨੂੰ ਕੋਈ ਚੋਰ ਚੋਰੀ ਕਰਕੇ ਨਹੀਂ ਲਿਜਾ ਸਕਦਾ। ਜੇ ਕੋਈ ਚੋਰੀ ਕਰ ਵੀ ਲਵੇ ਨਾ ਨਾਮ ਦੀ, ਕਿ ਚੋਰੀ ਇਹੀ ਕਰੂਗਾ, ਚੋਰੀ ਚੋਰੀ ਨਾਮ ਜਪੂਗਾ, ਇਹੀ ਹੈ ਨਾ। ਠੱਗੀ ਇਹ ਮਾਰੂ ਲੁੱਟੂਗਾ ਇਹ ਨਾ। ਜੇ ਕੋਈ ਚੋਰੀ ਕਰੇ, ਭਗਤ ਕਬੀਰ ਸਾਹਿਬ ਕਹਿੰਦੇ ਤੂੰ ਲੁੱਟ ਤਾਂ ਸਹੀ ਨਾਮ ਨੂੰ, ਤੂੰ ਲੁੱਟੇਗਾ ਤੇ ਤੂੰ ਚੋਰ ਨਹੀਂ ਬਣਨਾ, ਤੂੰ ਸੰਤ ਬਣ ਜਾਣਾ ਨਾਮ ਨੂੰ ਲੁੱਟ ਕਰਕੇ। ਕਬੀਰ ਲੂਟਣਾ ਹੈ ਤਾਂ ਲੂਟ ਲੈ, ਰਾਮ ਨਾਮ ਹੈ ਲੂਟ, ਫਿਰ ਪਾਸ਼ੇ ਪਛਤਾ ਹੋਗੇ, ਪ੍ਰਾਣ ਜਾਹੇਂਗੇ ਛੂਟ। ਫਿਰ ਪਛਤਾਵੇਂਗਾ। ਜੇ ਇਹਨੂੰ ਕੋਈ ਚਰਾਉਂਦਾ ਹੈ, ਇਹਨੂੰ ਲੁੱਟਦਾ ਹੈ, ਜਪਦਾ ਹੈ, ਤੇ ਉਹ ਚੋਰ ਨਹੀਂ, ਉਹ ਸਗੋਂ ਸੰਤ ਬਣ ਜਾਂਦਾ ਹੈ ਜਿਹੜਾ ਨਾਮ ਜਪਦਾ। ਬਹਾਦਰ ਬਾਬਾ ਬਿਧੀ ਚੰਦ ਸਾਹਿਬ ਜੀ ਦਾ ਇਤਿਹਾਸ ਹੈ। ਮੱਝਾਂ ਦੀ ਕੀਤੀ ਹੈ ਚੋਰੀ ਤੇ ਆ ਪਹੁੰਚੇ ਭਾਈ ਅਦਲੀ ਜੀ ਦੇ ਪਾਸ। ਬਾਬਾ ਜੀ ਪਿੱਛੇ ਵਾਰ ਲੱਗੀ ਆਉਂਦੀ ਹੈ, ਬਚਾਓ। ਕਹਿੰਦੇ ਪ੍ਰੇਮੀਆਂ ਆ ਮਾਲਾ ਲੈ ਲਾ ਤੇ ਉਹ ਬੁਰਜੀ ਕੋਲੇ ਬਹਿ ਕੇ ਜਪਣ ਲੱਗ ਜਾ। ਪਿੱਛੋਂ ਆ ਗਏ ਡਾਂਗਾ ਸੋਟਿਆਂ ਵਾਲੇ, ਬਾਬਾ ਜੀ ਸਾਡਾ ਚੋਰ ਆਇਆ ਇੱਥੇ ਤੁਹਾਡੇ ਡੇਰੇ, ਮੱਝਾਂ ਸਾਡੀਆਂ ਬਾਹਰ ਬੈਠੀਆਂ ਤੇ ਚੋਰ ਇੱਥੇ ਆਇਆ, ਫੜਾਇਓ, ਦੱਸੋ ਕਿਹੜਾ ਵਾ। ਕਹਿੰਦੇ ਆ ਸਾਹਮਣੇ ਤੇ ਨਹੀਂ ਜਿਹੜਾ ਬੈਠਾ ਵੇਖੋ, ਆਹ ਤੇ ਨਹੀਂ ਤੁਹਾਡਾ ਚੋਰ। ਕਹਿੰਦੇ ਇਹ ਤਾਂ ਕੋਈ ਤੁਹਾਡਾ ਸ਼ਰਧਾਲੂ ਲੱਗਦਾ, ਨਾਮ ਜਪਦਾ ਪਿਆ। ਕਹਿੰਦੇ ਤੁਸੀਂ ਚੋਰ ਨੂੰ ਕੀ ਕਹਿਣਾ, ਤੁਸੀਂ ਜਾਓ ਆਪਣੀਆਂ ਮੱਝਾਂ ਲੈ ਕੇ ਜਾਓ। ਮੱਝਾਂ ਲੈ ਕੇ ਵਾਪਸ ਜਾਂਦੇ ਆ। ਬਾਬਾ ਜੀ ਬੇਨਤੀ ਕਰਦੇ, ਕਹਿੰਦੇ ਜੀ ਮੈਨੂੰ ਆਪਣਾ ਸਿੱਖ ਬਣਾ ਲਓ, ਮੈਂ ਤੁਹਾਨੂੰ ਆਪਣਾ ਗੁਰੂ ਬਣਾਉਣਾ ਚਾਹੁੰਦਾ। ਭਾਈ ਅਦਲੀ ਜੀ ਕਹਿੰਦੇ ਪ੍ਰੇਮੀਆਂ ਮੈਂ ਤੇ ਆਪ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸਿੱਖ ਹਾਂ। ਚੱਲ ਜਿਨ੍ਹਾਂ ਦਾ ਮੈਂ ਸਿੱਖ ਉਹਨਾਂ ਦੀ ਚਰਨੀ ਤੈਨੂੰ ਪਾਉਣਾ। ਮਹਾਰਾਜ ਦੀ ਚਰਨੀ ਜਾ ਪਾਇਆ। ਮਹਾਰਾਜ ਨੇ ਆਖਿਆ ਚੋਰੀ ਨਹੀਂ ਅੱਜ ਤੋਂ ਬਾਅਦ ਕਰਨੀ, ਪਰ ਇਹ ਉਪਕਾਰ ਕਰਨਾ ਹੈ। ਫਿਰ ਛੇਵੇਂ ਮਹਾਰਾਜ ਦੀਆਂ ਖੁਸ਼ੀਆਂ ਲਈਆਂ, ਫਿਰ ਸੰਤ ਬਣ ਗਏ, ਭਗਤ ਬਣ ਗਏ, ਬ੍ਰਹਮ ਗਿਆਨੀ ਬਣ ਗਏ, ਗੁਰੂ ਦਾ ਦਿਲ ਬਣ ਗਏ। ਬਿਧੀ ਚੰਦ ਸ਼ੀਨਾ ਗੁਰੂ ਕਾ ਸੀਨਾ। ਇਸ ਕਰਕੇ ਮਹਾਰਾਜ ਕਹਿੰਦੇ ਨਾਮ ਐਸਾ ਹੈ ਲੋਕ ਤੇ ਪ੍ਰਲੋਕ ਤੀਕ ਨਾਲ ਜਾਂਦਾ। ਭਾਈ ਸਿਮਰੋ ਸਿਮਰ ਸਿਮਰ ਸੁਖ ਪਾਵੋ, ਸਾਸ ਸਾਸ ਸਮਾਲੇ, ਇਹ ਲੋਕ ਪਰਲੋਕ ਸੰਗ ਸਹਾਈ, ਜਤ ਕਤ ਮੋਹਿ ਰਖਵਾਲੇ, ਗੁਰ ਕਾ ਬਚਨ ਬਸੈ ਜੀ ਨਾਲੇ, ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ। ਤਸਕਰ ਚੋਰ ਨੂੰ ਕਹਿੰਦੇ ਉਹਨ ਲੱਗੇ ਨਾਹੀ ਸੰਨ। ਇਸ ਨਾਮ ਨੂੰ ਕੋਈ ਤਸਕਰ ਚੋਰ ਚੁਰਾ ਨਹੀਂ ਸਕਦਾ, ਭਾਹੇ ਨਾ ਸਾਕੇ ਜਾਲੇ। ਇਸ ਕਰਕੇ ਇਹ ਨਾਮ ਦਾ ਐਸਾ ਖਜ਼ਾਨਾ, ਇਹਨੂੰ ਕੋਈ ਚੋਰ ਸੰਨ ਨਹੀਂ ਲਾ ਸਕਦਾ। ਮਹਾਰਾਜ ਕਹਿੰਦੇ ਸੰਸਾਰ 'ਚ ਜਿੰਨੇ ਰੰਗ ਵੇਖ ਰਹੇ ਨਾ ਇਹ ਸਾਰੇ ਨਾਰਾਇਣ ਹੈ। ਇਹ ਨਾਰਾਇਣੀ ਰੰਗ ਵਾ। ਨਾਰਾਇਣ ਪਰਮੇਸ਼ਰ ਨੇ ਇਹ ਰੰਗ ਪੈਦਾ ਕੀਤੇ। ਜਿੰਨੇ ਵੀ ਰੰਗ ਆ ਸ੍ਰਿਸ਼ਟੀ ਵਿੱਚ ਅਨੇਕਾਂ ਰੰਗ ਆ, ਰੰਗੀ ਰੰਗੀ ਭਾਤੀ, ਕਰ ਕਰ ਜਿਨਸੀ, ਮਾਇਆ ਜਿਨੇ ਉਪਾਈ। ਰੰਗਾ ਰੰਗਾਂ ਦੀ ਇਹ ਸ੍ਰਿਸ਼ਟੀ ਪੈਦਾ ਕੀਤੀ। ਇਹ ਸਾਰੇ ਨਾਰਾਇਣ ਪਰਮੇਸ਼ਰ ਦੇ ਰੰਗ। ਕਿਧਰੇ ਖੁਸ਼ੀਆਂ, ਕਿਧਰੇ ਗਮੀਆਂ, ਕਿਧਰੇ ਸਾਧ ਸੰਗਤ ਜੀ ਲਾਭ ਹੈ, ਘਾਟਾ ਹੈ। ਕਈ ਤਰ੍ਹਾਂ ਦੇ ਰੰਗ, ਇਹ ਕਾਲੇ, ਚਿੱਟੇ, ਲਾਲ, ਗੁਲਾਬੀ, ਕਿੰਨੇ ਰੰਗ ਆ ਸੰਸਾਰ ਦੇ ਵਿੱਚ ਉਤਰਾ ਚੜਾ। ਇਹ ਸਾਰੇ ਹੀ ਰੰਗ ਜਿਹੜੇ ਆ ਇਹ ਨਾਰਾਇਣ ਪਰਮੇਸ਼ਰ ਦੇ ਪੈਦਾ ਕੀਤੇ ਹੋਏ ਹਨ। ਜਿੰਨੇ ਮਨ ਵਿੱਚ ਭਾਉਂਦੇ ਆ ਨਾ ਰੰਗ, ਅਸੀਂ ਵੇਖ ਕੇ ਕਹਿੰਦੇ ਵੀ ਆਹ ਚੰਗਾ ਰੰਗ ਬਣਿਆ ਪਿਆ, ਆਹ ਚੰਗਾ ਆਨੰਦ ਬਣਿਆ ਪਿਆ। ਮਹਾਰਾਜ ਕਹਿੰਦੇ ਜਿੰਨੇ ਮਨ ਨੂੰ ਚੰਗੇ ਲੱਗਦੇ ਸਾਰੇ ਨਾਰਾਇਣ ਪਰਮੇਸ਼ਰ ਦੇ ਹੀ ਰੰਗ ਕੌਤਕ ਹਨ। ਦੂਜਾ ਅਰਥ ਇਸ ਪੰਕਤੀ ਦਾ ਮਹਾਂਪੁਰਖਾਂ ਨੇ ਕੀਤਾ ਹੈ, ਜੇਤੇ ਮਨ ਭਾਵਨ। ਜਿੰਨੇ ਜੀਵ ਪਰਮੇਸ਼ਰ ਦੇ ਮਨ ਵਿੱਚ ਭਾ ਜਾਂਦੇ ਆ ਨਾ, ਜਿਹੜੇ ਉਹਦੇ ਨਾਲ ਭਾਵਨਾ ਕਰਦੇ, ਜਿਹੜੇ ਉਹਦਾ ਭਾਣਾ ਮੰਨਦੇ ਆ, ਜੇਤੇ ਉਹਦੇ ਮਨ ਨੂੰ ਭਾ ਜਾਂਦੇ ਆ, ਉਹਨਾਂ ਸਾਰਿਆਂ ਨੂੰ ਫਿਰ ਉਹ ਆਪਣੇ ਰੰਗ ਦੇ ਵਿੱਚ ਰੰਗ ਦਿੰਦਾ।
ਆਪਣੇ ਪ੍ਰੇਮ ਦਾ ਰੰਗ ਚਾੜ ਦਿੰਦਾ ਏ। ਰੰਗ ਸਭੇ ਨਾਰਾਇਣ, ਉਹਨਾਂ ਸਭੇ ਸਾਰਿਆਂ ਨੂੰ ਆਪਣੇ ਪ੍ਰੇਮ ਦੇ ਰੰਗ ਵਿੱਚ, ਨਾਮ ਦੇ ਰੰਗ ਵਿੱਚ, ਭਾਵ ਭਗਤੀ ਦੇ ਰੰਗ ਦੇ ਵਿੱਚ ਉਹ ਨਾਰਾਇਣ ਪਰਮੇਸ਼ਰ ਰੰਗ ਦਿੰਦਾ, ਜਿੰਨੇ ਉਹਦੇ ਮਨ ਵਿੱਚ ਭਾ ਜਾਂਦੇ ਹਨ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਪਰਮੇਸ਼ਰ ਕਰਨਾ ਲੋੜਦਾ ਹੈ ਨਾ, ਚਾਹੁੰਦਾ ਹੈ ਨਾ, ਉਹੀ ਕਰਦਾ। ਪਿੱਛੇ ਵੀ ਉਹ ਕੁਝ ਹੁੰਦਾ ਸੀ ਜੋ ਪਰਮੇਸ਼ਰ ਚਾਹੁੰਦਾ ਸੀ, ਹੁਣ ਵੀ ਉਹ ਕੁਝ ਹੋ ਰਿਹਾ ਹੈ ਜੋ ਉਹ ਚਾਹੁੰਦਾ ਹੈ। ਆਉਣ ਵਾਲੇ ਸਮੇਂ 'ਚ ਵੀ ਉਹੀ ਕੁਝ ਹੋਣਾ ਜੋ ਪਰਮੇਸ਼ਰ ਚਾਹੁੰਦਾ ਹੈ। ਮਨੁੱਖ ਤਾਂ ਬਹੁਤ ਕੁਝ ਲੋੜਦਾ ਹੈ। ਮਨੁੱਖ ਦੇ ਲੋੜਿਆਂ ਕੀ ਹੋਵੇਗਾ, ਮਨੁੱਖ ਦੇ ਚਿਤਵਣੀ ਕੀਤਿਆਂ ਕੀ ਹੋਵੇਗਾ। ਸਤਿਗੁਰੂ ਕਹਿੰਦੇ ਨਾ, ਨਰ ਚਾਹਤ ਕਛ ਔਰੈ ਕੀ ਔਰੈ ਭਾਈ। ਮਨੁੱਖ ਕੁਝ ਹੋਰ ਹੀ ਚਾਹੁੰਦਾ ਹੈ ਤੇ ਹੋਰ ਦੀ ਹੋਰ ਹੋ ਜਾਂਦੀ, ਆਪੇ ਥੋੜਾ ਹੋ ਜਾਂਦੀ। ਕਰਨ ਵਾਲਾ ਕਰਦਾ ਤਾਂ ਹੁੰਦੀ ਹੈ। ਜੋ ਮਨ ਚੇਤਨਾ ਚੇਤੇ ਸਨ, ਸੋ ਗਾਲੀ ਰੱਬ ਕੀਆਂ। ਜਿਹੜੀਆਂ ਮਨ ਚੇਤੇ ਵਿੱਚ ਵੀ ਨਹੀਂ ਸੀ, ਉਹ ਰੱਬ ਨੇ ਗੱਲਾਂ ਕਰ ਦਿੱਤੀਆਂ, ਉਹ ਕੁਝ ਹੋ ਗਿਆ। ਨਰ ਚਾਹਤ ਕਛ ਔਰੈ ਕੀ ਔਰੈ ਭਾਈ, ਚਿਤਵਤ ਰਹਿਓ ਠਗੌਰ, ਨਾਨਕ ਫਾਸੀ ਗਲ ਪਰੀ। ਭਗਤ ਕਬੀਰ ਸਾਹਿਬ ਕਹਿੰਦੇ ਆਪਾਂ ਤੇ ਹੁਣ ਇਹੋ ਜਿਹੀਆਂ ਚਿਤਵਣੀਆਂ ਕਰਨੀਆਂ ਛੱਡ ਹੀ ਦਿੱਤੀਆਂ। ਕਹਿੰਦੇ ਜਦੋਂ ਆਪਣੇ ਸੋਚਿਆ ਕੁਝ ਹੋਣਾ ਹੀ ਨਹੀਂ ਗਿਆ ਤੇ ਫਿਰ ਐਵੇਂ ਫਿਕਰ ਕਰੀ ਜਾਣਾ, ਚਿੰਤਾ ਕਰੀ ਜਾਣੀ। ਕਹਿੰਦੇ ਆਪਾਂ ਛੱਡਤੀ ਸਾਰੀ ਚਿੰਤਾ। ਇਹ ਵਾਹਿਗੁਰੂ, ਜੋ ਤੇਰਾ ਭਾਣਾ, ਜੋ ਤੂੰ ਚਾਹਣਾ ਸੀ ਪਿੱਛੇ ਕਰਦਾ ਸੀ, ਹੁਣ ਵੀ ਤੇਰੇ ਹੁਕਮ 'ਚ ਵਰਤਾਰਾ ਵਰਤਣਾ ਸੀ ਤਾਂ ਤੇਰਾ ਸਿਮਰਨ ਕਰਨਾ, ਤੇਰਾ ਚਿੰਤਨ ਕਰਨਾ, ਚਿਤਵਣੀ ਨਹੀਂ ਕਰਨੀ। ਕਬੀਰ ਜੋ ਮੈਂ ਚਿਤਵਉ ਨਾ ਕਰੈ, ਕਿਆ ਮੇਰੇ ਚਿਤਵੇ ਹੋਏ, ਆਪਣਾ ਚਿਤਵਿਆ ਹਰ ਕਰੈ, ਜੋ ਮੇਰੇ ਚਿੱਤ ਨਾ ਹੋਏ। ਪਰਮੇਸ਼ਰ ਆਪਣਾ ਚਿਤਵਿਆ ਕਰਦਾ ਜੋ ਮੇਰੇ ਚਿੱਤ ਖਿਆਲ ਵਿੱਚ ਵੀ ਨਹੀਂ ਹੁੰਦਾ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਪਰਮੇਸ਼ਰ ਚਾਹੁੰਦਾ ਹੈ ਉਹੀ ਕੁਝ ਹੁੰਦਾ ਹੈ। ਕਈ ਵਾਰੀ ਮਨੁੱਖ ਨਾ ਸੋਚਦਾ ਚਿਤਵਣੀਆਂ ਕਰਦਾ ਹੈ, ਰੱਬ ਨੂੰ ਵੀ ਸਲਾਹਾਂ ਦੇਣ ਲੱਗ ਪੈਂਦਾ। ਇਹ ਰੱਬ ਤੋਂ ਵੀ ਸਿਆਣਾ ਬਣ ਜਾਂਦਾ ਹੈ ਤੇ ਉਹਦਾ ਪੈਦਾ ਕੀਤਾ, ਪਰ ਆਪਣੇ ਪੈਦਾ ਕਰਨ ਵਾਲੇ ਨੂੰ ਵੀ ਇਹ ਸਲਾਹਾਂ ਦੇਣ ਲੱਗ ਪੈਂਦਾ। ਮਹਾਰਾਜ ਨੇ ਆਖਿਆ, ਹੈ ਤਾਂ ਇਹ ਕਿਰਤ, ਕਰਤੇ ਦੀ ਮਰਿਆਦਾ ਨੂੰ ਇਹ ਕੀ ਜਾਣੇ, ਕਰਤੇ ਕੀ ਮਿੱਤ ਨਾ ਜਾਣੇ ਕੀ ਆ। ਪਰ ਕਿਸੇ ਵੇਲੇ ਦੇਣ ਲੱਗ ਪੈਂਦਾ ਸਲਾਹਾਂ। ਬੋਹੜ ਦੇ ਦਰਖਤ ਥੱਲੇ ਬੈਠਾ ਇੱਕ ਆਦਮੀ, ਗਰਮੀ ਦੀ ਰੁੱਤ ਹੈ, ਗੋਲਾਂ ਲੱਗੀਆਂ ਬੋਹੜ ਨੂੰ, ਤੇ ਉੱਪਰ ਨੂੰ ਵੇਖ ਰਿਹਾ ਤੇ ਕਹਿੰਦਾ ਵੀ ਰੱਬ ਨੇ ਕਿਸੇ ਤੋਂ ਸਲਾਹ ਨਹੀਂ ਲਈ ਆ, ਗੋਲਾਂ ਲਾਉਣ ਲੱਗਿਆ ਬੋਹੜ ਨੂੰ। ਜੇ ਮੈਨੂੰ ਪੁੱਛ ਲੈਂਦਾ ਤੇ ਮੈਂ ਹੀ ਉਹਨੂੰ ਦੱਸ ਦਿੰਦਾ ਵੀ ਆਹ ਨਿੱਕੀਆਂ ਨਿੱਕੀਆਂ ਵੇਲਾਂ ਥੱਲੇ ਧਰਤੀ ਤੇ ਲਟਕਣ ਵਾਲੀਆਂ, ਇਹਨਾਂ ਨੂੰ 10-10 ਕਿਲੋ ਦੇ ਕੱਦੂ ਲਾਏ ਪਏ। ਕਿਸੇ ਪਾਸੇ ਆ ਦਵਾਣੇ ਮਤੀਰੇ ਲਾਏ ਪਏ 10-10 ਕਿਲੋ ਦੇ, ਖਰਬੂਜੇ ਲਾਏ ਪਏ 5-5 7-7 ਕਿਲੋ ਦੇ। ਐਡਾ ਵੱਡਾ ਬੋਹੜ ਦਾ ਦਰਖਤ ਆ ਤੇ ਇਹਨੂੰ ਨਿੱਕੀਆਂ ਨਿੱਕੀਆਂ ਗੋਲਾਂ ਲਾਤੀਆਂ ਵੀ ਜੇ 10-10 ਕਿਲੋ ਦੇ ਫਲ ਲਾਉਣੇ ਤੇ ਇਹਨਾਂ ਨੂੰ ਲਾਉਂਦਾ ਏਡੇ ਵੱਡੇ ਦਰਖਤ ਨੂੰ। ਕਹਿੰਦਾ ਰੱਬ ਨੇ ਸਿਆਣਪਣੀ ਕੀਤੀ, ਮੈਨੂੰ ਪੁੱਛ ਲੈਂਦਾ ਮੈਂ ਦੱਸ ਦਿੰਦਾ ਰੱਬ। ਥੋੜਾ ਹੀ ਸਮਾਂ ਸੀ, ਇੰਨੇ ਚਿਰ ਨੂੰ ਉੱਤੋਂ ਇੱਕ ਗੋਲ ਟੁੱਟੀ, ਆ ਨਾਸਾਂ ਤੇ ਵੱਜੀ। ਜਦੋਂ ਨੱਕ ਤੇ ਵੱਜੀ ਨਾ ਤੇ ਉਸੇ ਵੇਲੇ ਥੜੇ ਤੇ ਬੈਠਾ ਸੀ, ਛੇਤੀ ਦੇ ਨਾਲ ਹਾਏ ਕਰਦਾ, ਬੌੜੀ ਕਰਦਾ ਉੱਠ ਖਲੋਤਾ। ਕਹਿੰਦਾ ਰੱਬਾ ਤੂੰ ਚੰਗਾ ਹੀ ਕੀਤਾ, ਜੇ 10 ਕਿਲੋ ਦਾ ਵੱਜਦਾ ਨਾਸਾਂ ਤੇ, ਨਾਸਾਂ ਹੀ ਕੱਲੀਆਂ ਨਹੀਂ ਸੀ ਫਿਸਣੀਆਂ, ਮੂੰਹ ਵੀ ਨਾਲ ਹੀ ਫਿਸ ਜਾਣਾ, ਸਿਰ ਵੀ ਸਾਰਾ ਫਿਸ ਜਾਣਾ ਸੀ। ਪਰ ਪਰਮੇਸ਼ਰ ਉਹ ਸਿਆਣਾ ਵਾ, ਸਾਰੀ ਸ੍ਰਿਸ਼ਟੀ ਦਾ ਮਾਲਕ ਵਾ। ਮਾਰੇ ਕਹਿੰਦੇ ਉਹ ਕਿਸੇ ਦੀ ਸਲਾਹ ਲੈ ਕੇ ਨਹੀਂ ਕੁਝ ਵੀ ਕਰਦਾ, ਨਹੀਂ ਤੇ ਉਹਨੂੰ ਸਲਾਹਾਂ ਦੇਣ ਵਾਲੇ ਬਹੁਤੇ ਬਣ ਜਾਣ। ਜੋ ਕਿਛ ਕਰੈ ਸੋ ਆਪਹਿ ਕਰੈ, ਬੀਓ ਪੂਛ ਨਾ ਮਸਲਤ ਧਰੈ। ਦੂਜੇ ਨੂੰ ਪੁੱਛ ਕੇ ਉਹ ਸਲਾਹ ਹੀ ਨਹੀਂ ਲੈਂਦਾ ਕੀ ਉਹਨੇ ਕਰਨਾ ਹੈ। ਜੋ ਹਰ ਲੋੜੇ ਸੋ ਕਰੇ, ਜੋ ਹਰੀ ਲੋੜਦਾ ਚਾਹੁੰਦਾ ਉਹ ਕਰਦਾ ਹੈ। ਤੇ ਜੀਵ ਵੀ ਉਹ ਕੁਝ ਕਰਦੇ ਜੋ ਜੀਵਾਂ ਤੋਂ ਕਰਵਾਉਂਦਾ ਹੈ ਮਾਲਕ। ਇਹ ਭਾਈ ਇਸ ਸ੍ਰਿਸ਼ਟੀ ਵਿੱਚ ਜਿਹੜੇ ਉਸ ਪਰਮੇਸ਼ਰ ਨੇ ਆਪਣੇ ਕਰ ਲੈ, ਜਿਨ੍ਹਾਂ ਨੂੰ ਆਪਣੇ ਸੇਵਕ ਬਣਾ ਲਿਆ, ਆਪਣੇ ਦਾਸ ਬਣਾ ਲਿਆ, ਆਪਣੇ ਭਗਤ ਬਣਾ ਲਿਆ, ਆਪਣੇ ਗੁਰਸਿੱਖ ਬਣਾ ਲਿਆ, ਜਿਨ੍ਹਾਂ ਨੂੰ ਆਪਣਾ ਨਾਮ ਆਪਣਾ ਉਪਦੇਸ਼ ਦੇ ਕੇ ਆਪਣੇ ਕਰ ਲਿਆ, ਉਹਨਾਂ ਨੂੰ ਭਾਈ ਧੰਨ ਕਿਹਾ ਜਾਂਦਾ, ਜਿਹੜੇ ਉਹਦੇ ਬਣ ਗਏ। ਅੱਜ ਸੰਤ ਬਾਬਾ ਵਿਸਾਖਾ ਸਿੰਘ ਜੀ ਨੂੰ ਜੇ ਧੰਨ ਕਿਹਾ ਜਾਂਦਾ ਤਾਂ ਕਿਹਾ ਜਾਂਦਾ ਵੀ ਉਹਨਾਂ ਨੇ ਗੁਰੂ ਕਾ ਅੰਮ੍ਰਿਤ ਛਕਿਆ, ਉਹਨਾਂ ਨੇ ਨਾਮ ਜਪਿਆ, ਉਹਨਾਂ ਨੇ ਬਾਣੀ ਪੜ੍ਹੀ, ਉਹਨਾਂ ਨੇ ਸਾਰਾ ਜੀਵਨ ਗਦਰ ਲਹਿਰ ਦੇ ਵਿੱਚ ਮਹਾਨ ਸੇਵਾਵਾਂ ਕੀਤੀਆਂ, ਦੇਸ਼ ਦੀ ਸੇਵਾ ਕੀਤੀ, ਗੁਰਸਿੱਖ ਸੰਗਤਾਂ ਦੀ ਸੇਵਾ ਕੀਤੀ, ਗੁਰਧਾਮਾਂ ਦੀ ਸੇਵਾ ਕੀਤੀ। ਉਹਨਾਂ ਦੇ ਉਦਮ ਉਪਰਾਲੇ ਦੇ ਨਾਲ ਫੌਜੀ ਪਲਟਣ ਦੇ ਵਿੱਚ ਵੀ ਹੋਲੀ ਦੀ ਥਾਂ ਤੇ ਹੋਲਾ ਮਹੱਲਾ ਬਣਾਉਣ ਲੱਗ ਪਏ। ਤੋ ਇਸ ਤਰੀਕੇ ਦੇ ਨਾਲ ਉਹਨਾਂ ਨੇ ਅਨੇਕਾਂ ਕਾਰਜ ਕੀਤੇ। ਉਹਨਾਂ ਨੇ ਗੁਰੂ ਸਾਹਿਬ ਜੀ ਦਾ ਉਪਦੇਸ਼ ਧਾਰਨ ਕੀਤਾ, ਗੁਰੂ ਸਾਹਿਬ ਨੇ ਉਹਨਾਂ ਨੂੰ ਅਪਣਾ ਲਿਆ, ਆਪਣੇ ਬਣਾ ਲਿਆ। ਤੇ ਮਹਾਰਾਜ ਕਹਿੰਦੇ ਜਿਨ੍ਹਾਂ ਨੂੰ ਆਪਣੇ ਉਹ ਬਣਾ ਲਵੇ ਉਹ ਵੀ ਧੰਨ ਹੋ ਜਾਂਦੇ ਆ।
ਉਹਨਾਂ ਨੂੰ ਧੰਨ ਕਿਹਾ ਜਾਂਦਾ ਹੈ। ਜਿਵੇਂ ਭਾਈ ਮੰਝ ਨੂੰ ਪੰਜਵੇਂ ਪਾਤਸ਼ਾਹ ਨੇ ਆਪਣੇ ਬਣਾ ਲਿਆ ਤੇ ਕਹਿ ਦਿੱਤਾ, ਮੰਝ ਪਿਆਰਾ ਗੁਰੂ ਨੂੰ, ਗੁਰ ਮੰਝ ਪਿਆਰਾ, ਮੰਝ ਗੁਰੂ ਕਾ ਬੋਹਿ ਥਾ, ਜਗ ਲੰਘਣ ਹਾਰਾ। ਐਸੇ ਅਨੇਕਾਂ ਗੁਰਸਿੱਖ, ਜਿਵੇਂ ਬਾਬਾ ਬੁੱਢਾ ਸਾਹਿਬ ਜੀ ਨੂੰ ਆਪਣੇ ਬਣਾ ਲਿਆ, ਜੋ ਪ੍ਰਭ ਕੀਤੇ ਆਪਣੇ ਸੇਈ ਕਹੀਐ ਧੰਨ, ਉਹਨਾਂ ਨੂੰ ਵੀ ਭਾਈ ਧੰਨ ਕਿਹਾ ਜਾਂਦਾ ਹੈ। ਪਰ ਇਹ ਦਾਤ ਆਪਣੇ ਲਿਆ ਨਹੀਂ ਮਿਲਦੀ। ਜੇ ਆਖੀਏ ਨਾ ਸਿੱਖੀ ਆਪਣੇ ਯਤਨਾਂ ਨਾਲ ਮਿਲ ਜਾਵੇ, ਨਾਮ ਆਪਣੇ ਯਤਨਾਂ ਨਾਲ ਮਿਲ ਜਾਵੇ, ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਆਪਣੇ ਹੱਥ ਨਾਲ ਹੋ ਜਾਵੇ, ਸਤਿਗੁਰੂ ਕਹਿੰਦੇ ਆਪਣੇ ਲਿਆਓ ਪਰਮੇਸ਼ਰ ਨਹੀਂ ਮਿਲਦਾ ਹੈ। ਜੇ ਆਪਣੇ ਲਿਆ ਮਿਲਦਾ ਹੋਵੇ ਨਾ ਪ੍ਰਭੂ, ਤੇ ਫਿਰ ਜੀਵ ਉਹਦੇ ਤੋਂ ਵਿਛੜਨ ਕਿਉਂ, ਤੇ ਵਿਛੜ ਕੇ ਰੋਂਦੇ ਕਿਉਂ ਫਿਰਨ, ਵਿਛੜ ਕਿਉਂ ਰੋਵਨ, ਕਿਉਂ ਰੋਂਦੇ ਰਹਿਣ। ਇਸ ਕਰਕੇ ਆਪਣਾ ਹੱਥ ਛੱਡਣਾ ਪੈਂਦਾ ਹੈ। ਉਦਮ ਕਰਨਾ ਹੋਰ ਗੱਲ ਹੈ, ਹੱਥ ਕਰਨਾ ਹੋਰ ਗੱਲ ਹੈ। ਉਦਮ ਕਰਨਾ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਕੇ, ਗੁਰੂ ਕੀ ਸਿੱਖੀ ਦੀ ਰਹੁ ਰੀਤ ਮਰਿਆਦਾ ਵਿੱਚ ਚੱਲਦਿਆਂ ਹੋਇਆਂ ਯਤਨ ਕਰਨਾ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਬਿਗਨ ਲਾਥੇ ਪ੍ਰਭ ਸਰਨਾ, ਪ੍ਰਗਟੇ ਭਲੇ ਸੰਜੋਗਾ। ਪਰ ਹੰਕਾਰ ਛੱਡਣਾ ਪੈਂਦਾ, ਹਉਮੈ ਤਿਆਗਣੀ ਪੈਂਦੀ ਹੈ, ਹੱਥ ਛੱਡਣਾ ਪੈਂਦਾ ਹੈ, ਬੁੱਧੀ ਦੀ ਚਤਰਾਈ ਛੱਡਣੀ ਪੈਂਦੀ ਹੈ, ਸਿਆਣਪਾਂ ਛੱਡਣੀਆਂ ਪੈਂਦੀਆਂ ਹਨ। ਤਜੋ ਸਿਆਣਪ ਸੁਰਜਨ ਹੋ, ਸਿਮਰਹੁ ਹਰਿ ਹਰਿ ਰਾਏ, ਏਕ ਆਸ ਹਰ ਮਨ ਰੱਖੋ, ਨਾਨਕ ਦੁਖ ਭਰਮ ਭਉ ਜਾਏ। ਸਹਿਸ ਸਿਆਣਪਾ ਲੱਖ ਹੋਏ, ਤਾਂ ਇੱਕ ਨਾ ਚੱਲੇ ਨਾਲ। ਇਹ ਮਨ ਚੰਚਲਾ, ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਚਤੁਰਾਈਆਂ ਛੱਡਣੀਆਂ ਪੈਂਦੀਆਂ ਉੱਥੇ। ਚਤੁਰਾਈ ਨਾ ਚਤੁਰ ਭੁਜ ਪਾਈਏ, ਉਹ ਤਾਂ ਭੋਲੇ ਭਾਏ ਮਿਲੇ ਰਘੁਰਾਇਆ। ਸਾਰੇ ਚਾਰੇ ਛੱਡ ਕੇ ਨਾ ਤੇ ਨੀਵਾਂ ਹੋ ਕੇ ਮਾਰੇ, ਕਹਿੰਦੇ ਜਿਹਦੇ ਅੱਗੇ ਕੋਈ ਚਾਰਾ ਨਹੀਂ ਚੱਲ ਸਕਦਾ, ਜ਼ੋਰ ਨਹੀਂ ਚੱਲ ਸਕਦਾ, ਉਹਦੇ ਅੱਗੇ ਅਰਦਾਸ ਕਰਨੀ ਬਣਦੀ ਹੈ, ਬੇਨਤੀ। ਜਿਸ ਠਾਕੁਰ ਸਿਓ ਨਾਹੀ ਚਾਰਾ, ਤਾ ਕਉ ਕੀਜੈ ਸਦ ਨਮਸਕਾਰਾ। ਇਸ ਕਰਕੇ ਆਪਣੇ ਲਿਆ ਨਹੀਂ ਕੁਝ ਵੀ ਮਿਲਦਾ ਹੈ, ਉਹਨੂੰ ਹੀ ਦਾਤ ਮਿਲਦੀ ਜਿਹਨੂੰ ਉਹ ਦੇਣਾ ਚਾਹੁੰਦਾ ਹੈ। ਨਾਨਕ ਦਾਤੀ ਸਾਹਿਬ ਸੰਧੀਆ, ਕਿਆ ਚੱਲੇ ਤਿਸ ਨਾਲ, ਇੱਕ ਜਾ ਗੰਦੇ ਨਾ ਲੈਣ, ਇੱਕ ਨਾ ਸੁੱਤਿਆਂ ਦੇ ਉਠਾਲ। ਇੱਕ ਜਾਗਦੇ ਕਈ ਵਾਰੀ ਖਾਲੀ ਰਹਿ ਜਾਂਦੇ, ਤੇ ਇੱਕ ਸੁੱਤਿਆਂ ਨੂੰ ਉਠਾਲ ਕੇ, ਸੁੱਤੇ ਪਿਆਂ ਨੂੰ ਚੇਤਾ ਵੀ ਨਹੀਂ ਹੁੰਦਾ, ਉਹਨਾਂ ਨੂੰ ਦਾਤਾ ਦੇ ਦਿੰਦਾ, ਸਿੱਖ ਬਣਾ ਦਿੰਦਾ, ਨਾਮ ਦੀ ਦਾਤ ਦੇ ਦਿੰਦਾ, ਬਖਸ਼ਿਸ਼ਾਂ ਕਰ ਦਿੰਦੇ ਪ੍ਰਭੂ ਜੀ। ਸਾਧੂ ਸੰਗ ਪ੍ਰਾਪਤੇ, ਮਹਾਰਾਜ ਕਹਿੰਦੇ ਭਾਈ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ ਸਾਧੂ ਸੰਗ ਦੁਆਰਾ, ਸਾਧੂ ਦੀ ਸੰਗਤ ਦੁਆਰਾ, ਗੁਰੂ ਸਾਹਿਬ ਜੀ ਕੀ ਸੰਗਤ ਦੁਆਰਾ ਪ੍ਰਭੂ ਦੀ ਪ੍ਰਾਪਤੀ ਹੁੰਦੀ ਹੈ। ਤੇ ਉਹਦੇ ਸਾਜੇ ਨਵਾਜੇ ਸਾਧੂਆਂ ਗੁਰਮੁਖਾਂ ਦੀ ਸੰਗਤ ਦੁਆਰਾ, ਜਿਨ੍ਹਾਂ ਨੂੰ ਸਾਧ ਸੰਗਤ ਪ੍ਰਾਪਤ ਹੋਈ ਨਾ, ਉਹ ਫਿਰ ਪ੍ਰਭੂ ਦੇ ਰੰਗ ਪ੍ਰੇਮ ਨੂੰ ਮਾਣਦੇ, ਉਹਨਾਂ ਨੂੰ ਪ੍ਰਭੂ ਦਾ ਰੰਗ ਲੱਗ ਜਾਂਦਾ ਹੈ। ਲਾਲ ਰੰਗ ਤਿਸ ਕੋ ਲੱਗਾ, ਜਿਸ ਕੇ ਵਟ ਭਾਗਾ, ਮੈਲਾ ਕਦੇ ਨਾ ਹੋਵਈ ਨਹਿ ਲਾਗੈ ਦਾਗਾ। ਉਹ ਨਾਮ ਦਾ ਰੰਗ, ਪ੍ਰੇਮ ਦਾ ਰੰਗ, ਪ੍ਰਭੂ ਦੇ ਆਨੰਦ ਦਾ ਉਹ ਰੰਗ ਮਾਣਦੇ, ਪ੍ਰੇਮ ਮਾਣਦੇ ਹਨ। ਅਖੀਰਲੀ ਪੰਕਤੀ ਵਿੱਚ ਗਰੀਬ ਨਵਾਜ਼ ਸਾਹਿਬ ਕਹਿੰਦੇ ਆ, ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਨਾਲ ਜੁੜੀਏ, ਤੇ ਇਸ ਧਣੀ ਮਾਲਕ ਦੇ ਨਾਲ। ਜਦੋਂ ਉਸ ਪ੍ਰਭੂ ਦੇ ਨਾਲ ਜੁੜਾਂਗੇ, ਫਿਰ ਇਹ ਜੇਠ ਦਾ ਮਹੀਨਾ ਭਾਈ ਰੰਗੀਲਾ ਹੋ ਜਾਵੇਗਾ, ਇਹ ਰੰਗ ਵਾਲਾ, ਪ੍ਰੇਮ ਵਾਲਾ, ਖੁਸ਼ੀਆਂ ਵਾਲਾ ਹੋ ਜਾਵੇਗਾ, ਜਦੋਂ ਤੇ ਇਸ ਧਣੀ ਮਾਲਕ ਦੇ ਨਾਲ ਅਸੀਂ ਜੁੜ ਜਾਵਾਂਗੇ। ਪਰ ਮਹਾਰਾਜ ਕਹਿੰਦੇ ਭਾਈ ਜੁੜਨਾ ਉਸੇ ਨਹੀਂ ਆ ਜਿਹਦੇ ਮੱਥੇ ਦੇ ਭਾਗ ਸ੍ਰੇਸ਼ਟ ਆ। ਬਿਨਾਂ ਭਾਗਾਂ ਤੋਂ ਗੁਰੂ ਕੀ ਸੰਗਤ ਨਹੀਂ ਪ੍ਰਾਪਤ ਹੁੰਦੀ, ਬਿਨਾਂ ਭਾਗਾਂ ਤੋਂ ਗੁਰੂ ਦਾ ਦਰਸ਼ਨ ਨਹੀਂ ਪ੍ਰਾਪਤ ਹੁੰਦਾ, ਬਿਨਾਂ ਭਾਗਾਂ ਤੋਂ ਗੁਰੂ ਕੀ ਸਿੱਖੀ ਨਹੀਂ ਪ੍ਰਾਪਤ ਹੁੰਦੀ। ਅਨੇਕਾਂ ਵਾਰੀ ਬਾਣੀ ਚ ਮਹਾਰਾਜ ਨੇ ਫਰਮਾਇਆ, ਜਿਵੇਂ ਗਰੀਬ ਨਵਾਜ ਕਹਿੰਦੇ, ਵੱਡ ਭਾਗੇ ਹਰ ਸੰਗਤ ਪਾਵੈ, ਭਾਗਹੀਨ ਭ੍ਰਮ ਚੋਟਾਂ ਖਾਵੈ। ਬਿਨ ਭਾਗਾਂ ਸਤ ਸੰਗ ਨਾ ਲੱਭੈ, ਬਿਨ ਸੰਗਤ ਮੈਲ ਭਰੀਜੈ ਜੀਓ। ਤੁਲਸੀਦਾਸ ਮਹਾਤਮਾ ਹੋਏ, ਉਹਨਾਂ ਨੇ ਸ੍ਰੀ ਰਾਮਚਰਿਤ੍ਰ ਮਾਨਸ ਲਿਖਿਆ। ਉਹ ਕਹਿੰਦੇ ਕਿ ਸੁੱਤ ਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ। ਸੁੱਤ ਨਾਮ ਪੁੱਤਰ ਦਾ, ਦਾਰਾ ਨਾਮ ਘਰ ਵਾਲੀ ਦਾ, ਤੇ ਲక్ష్ਮੀ ਨਾਮ ਦੌਲਤ ਦਾ। ਕਹਿੰਦੇ ਇਹ ਤਾਂ ਪਾਪੀ ਮਨੁੱਖ ਕੋਲੇ ਵੀ ਹੁੰਦਾ ਵਾ, ਇਹ ਚੀਜ਼ਾਂ ਤੇ ਪਾਪੀ ਮਨੁੱਖ ਕੋਲੇ ਵੀ ਹੁੰਦੀਆਂ। ਇਸ ਉਹ ਮਹਾਂਪੁਰਖ ਦਾ ਬਚਨ ਹੈ। ਉਹ ਕਹਿੰਦਾ ਵੀ ਦੁਰਲੱਭ ਕੀ ਹੈ, ਸੁੱਤ ਦਾਰਾ ਅਰ ਲక్ష్ਮੀ ਪਾਪੀ ਕੇ ਵੀ ਹੋਏ, ਸੰਤ ਸਮਾਗਮ ਹਰ ਕਥਾ ਤੁਲਸੀ ਦੁਰਲੱਭ ਦੋਏ। ਸਾਧੂਆਂ ਦਾ ਸੰਗ
ਤੇ ਵਾਹਿਗੁਰੂ ਦੀ ਕਥਾ ਕਹਿੰਦਾ ਇਹ ਦੋਵੇਂ ਚੀਜ਼ਾਂ ਦੁਰਲੱਭ ਆ, ਇਹ ਪਾਪੀ ਨੂੰ ਨਹੀਂ ਮਿਲਦੀਆਂ। ਭਗਤ ਕਬੀਰ ਸਾਹਿਬ ਜੀ ਨੇ ਵੀ ਆਖਿਆ, ਕਬੀਰ ਪਾਪੀ ਭਗਤ ਨਾ ਭਾਵਈ। ਕਹਿੰਦੇ ਪਾਪੀ ਬੰਦੇ ਨੂੰ ਭਗਤੀ ਨਹੀਂ ਭਾਉਂਦੀ, ਜਿਹਦੇ ਭਾਗ ਸਾਥ ਨਾ ਦੇ। ਉਹ ਆਪ ਤਾਂ ਭਗਤੀ ਉਹਨੇ ਕੀ ਕਰਨੀ, ਦੂਜਿਆਂ ਨੂੰ ਵੀ ਰੋਕਦਾ। ਕਬੀਰ ਪਾਪੀ ਭਗਤ ਨਾ ਭਾਵਈ, ਹਰ ਪੂਜਾ ਨਾ ਸੁਹਾਏ। ਮਾਖੀ ਚੰਦਨ ਪਰ ਹਰੈ, ਜਹ ਬਿਗੰਧ ਤਹਿ ਜਾਏ। ਕਹਿੰਦੇ ਉਹਦਾ ਸੁਭਾਅ ਮੱਖੀ ਵਰਗਾ, ਮੱਖੀ ਚੰਦਨ ਦੀ ਸੁਗੰਧੀ ਛੱਡ ਕੇ ਦੁਰਗੰਧੀ ਤੇ ਜਾ ਕੇ ਬੈਠਦੀ ਹੈ। ਜੇ ਭਾਗ ਸਾਥ ਦੇਣ ਤਾਂ ਫਿਰ ਗੁਰੂ ਕੀ ਸੰਗਤ ਪ੍ਰਾਪਤ ਹੁੰਦੀ ਹੈ। ਮਹਾਰਾਜ ਕਹਿੰਦੇ ਭਾਗਾਂ ਵਾਲਿਆਂ ਨੂੰ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ। ਜਿਨ ਧੁਰ ਮਸਤਕ ਲਿਖਿਆ ਤਿਨਾ ਸਤਿਗੁਰ ਮਿਲਿਆ RAM ਰਾਜੇ। ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਘਟ ਬਲਿਆ। ਹਰ ਲੱਧਾ ਰਤਨ ਪਦਾਰਥੋ, ਫਿਰ ਬਹੁੜ ਨਾ ਚੱਲਿਆ। ਤੋ ਸਾਧ ਸੰਗਤ ਜੀ, ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਜੋ ਇਹ ਮਹੀਨਾ ਆਰੰਭ ਹੋਇਆ ਹੈ ਨਾ, ਇਸ ਮਹੀਨੇ ਦੇ 26 ਨੂੰ 26 ਜੇਠ ਨੂੰ ਦਸ਼ਮੇਸ਼ ਪਾਤਸ਼ਾਹ ਨੇ ਸ੍ਰੀ ਅਨੰਦਪੁਰ ਸਾਹਿਬ ਤੋਂ ਕਾਬਲ ਦੀ ਸੰਗਤ ਨੂੰ ਇੱਕ ਸ੍ਰੀ ਮੁਖ ਵਾਕ ਲਿਖਿਆ ਸੀ। ਵਿਸਾਖ ਦੀ ਪਹਿਲੇ ਨੂੰ ਮਹਾਰਾਜ ਨੇ ਖਾਲਸੇ ਦੀ ਸਾਜਨਾ ਕੀਤੀ ਸੀ ਨਾ, ਤੇ ਮਹਾਰਾਜ ਸਾਹਿਬ ਜੀ ਨੇ 26 ਜੇਠ ਵਾਲੇ ਦਿਨ ਇੱਕ ਹੁਕਮਨਾਮਾ ਲਿਖਿਆ ਕਾਬਲ ਦੀ ਸੰਗਤ ਨੂੰ। ਆਪ ਜੀ ਨੇ ਬੜੇ ਧਿਆਨ ਨਾਲ ਸੁਣਨਾ। ਮਹਾਰਾਜ ਦਸ਼ਮੇਸ਼ ਪਾਤਸ਼ਾਹ ਲਿਖਦੇ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਪਣੇ ਪਵਿੱਤਰ ਕਰ ਕਮਲਾਂ ਨਾਲ ਲਿਖਿਆ ਮੁਖਵਾ ਹੁਕਮਨਾਮਾ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਸਰਬੱਤ ਸੰਗਤ ਕਾਬਲ ਗੁਰੂ ਰੱਖੇਗਾ। ਤੁਸਾਂ ਉੱਤੇ ਸਾਡੀ ਬਹੁਤ ਖੁਸ਼ੀ ਹੈ। ਤੁਸਾਂ ਖੰਡੇ ਦਾ ਅੰਮ੍ਰਿਤ ਪੰਜਾਂ ਤੋਂ ਲਹਿਣਾ, ਕੇਸ ਰੱਖਣੇ ਇਹ ਸਾਡੀ ਮੋਹਰ ਹੈ। ਕਸ਼ ਕਿਰਪਾਨ ਦਾ ਵਿਸਾਹ ਕਰਨਾ ਨਾਹੀਂ, ਸਰਬਲੋਹ ਦਾ ਕੜਾ ਹੱਥ ਰੱਖਣਾ। ਦੋਨੋਂ ਵਕਤ ਕੇਸਾਂ ਦੀ ਪਾਲਣਾ ਕੰਗੇ ਸੋ ਕਰਨੀ। ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ ਹੈ। ਇਸੇ ਪ੍ਰਕਾਰ ਗਰੀਬ ਨਵਾਜ ਨੇ ਆਖਿਆ, ਕੇਸਾਂ ਦੀ ਪਾਲਣਾ ਕੰਗੇ ਸੋ ਕਰਨੀ। ਸਰਬੱਤ ਸੰਗਤ ਅਭਾਖਿਆ ਦਾ ਕੁੱਠਾ ਮਾਸ ਖਾਵੇ ਨਾਹੀਂ। ਤਮਾਕੂ ਨਾ ਵਰਤਣਾ। ਭਾਦਣੀ ਤਥਾ ਕੰਨਿਆ ਮਾਰਨ ਵਾਲੇ ਸੇ ਮੇਲ ਨਾ ਰੱਖੋ। ਮੀਣੇ ਮਸੰਦੀਏ RAM ਰਾਈਏ ਕੀ ਸੰਗਤ ਨਾ ਬੈਸੋ। ਗੁਰਬਾਣੀ ਪੜ੍ਹਨੀ, ਵਾਹਿਗੁਰੂ ਵਾਹਿਗੁਰੂ ਜਪਣਾ, ਗੁਰ ਕੀ ਮੱਤ ਰੱਖਣੀ। ਸਰਬੱਤ ਸੰਗਤ ਉੱਪਰ ਮੇਰੀ ਖੁਸ਼ੀ ਹੈ। ਪਾਤਸ਼ਾਹੀ 10ਵੀਂ ਜੇਠ 26 ਸੰਮਤ 1756। 1756 ਸੰਮਤ ਸੀ ਉਸ ਵੇਲੇ, 1699 ਸਨ ਦੇ ਵਿੱਚ। ਤਾਂ ਮਹਾਰਾਜ ਸਾਹਿਬ ਗਰੀਬ ਨਵਾਜ ਨੇ ਇਹ 26 ਜੇਠ ਨੂੰ ਇਸ ਮਹੀਨੇ ਦੇ ਵਿੱਚ ਮੁੱਖ ਵਾਕ ਲਿਖਿਆ, ਹੁਕਮਨਾਮਾ ਭੇਜਿਆ ਕਾਬਲ ਦੀ ਸੰਗਤ ਦੇ ਵਿੱਚ, ਤੇ ਸਾਨੂੰ ਇਹ ਸਿੱਖਿਆ ਬਖਸ਼ਿਸ਼ ਕੀਤੀ, ਸਾਡੇ ਸਾਰਿਆਂ ਦੇ ਹਿਰਦੇ ਗੁਰੂ ਕੇ ਬਚਨ ਵਸਣ। ਮਹਾਰਾਜ ਸਾਹਿਬ ਜੀ ਕਿਰਪਾ ਕਰਨ, ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਸਾਰੀ ਸੰਗਤ ਦਾ, ਮਹਾਂਪੁਰਖਾਂ ਦਾ ਬਹੁਤ ਬਹੁਤ ਧੰਨਵਾਦ। ਸਤਿਗੁਰੂ ਜੀ ਦਾ ਰੋਮ ਰੋਮ ਕਰਕੇ ਸ਼ੁਕਰ ਹੈ, ਜਿਨ੍ਹਾਂ ਨੇ ਆਪਣੇ ਚਰਨਾਂ ਵਿੱਚ ਬੈਠ ਕਰਕੇ ਆਪਣਾ ਜਸ ਕਰਨ ਦਾ ਸੁਭਾਗ ਬਖਸ਼ਿਆ। ਬਹੁਤ ਹੀ ਸਤਿਕਾਰਯੋਗ ਇਸ ਅਸਥਾਨ ਦੇ ਸੇਵਾਦਾਰ ਗੁਰਮੁਖ ਪਿਆਰੇ ਭਾਈ ਕਰਤਾਰ ਸਿੰਘ ਜੀ, ਉਹਨਾਂ ਨੇ ਸਾਧ ਸੰਗਤ ਜੀ ਆਪ ਸੰਗਤਾਂ ਦੇ ਦਰਸ਼ਨ ਕਰਵਾਏ। ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਚੜ੍ਹਦੀਆਂ ਕਲਾ ਬਖਸ਼ਣ ਜੀ। ਅਖੀਰਲੀਆਂ ਪੰਕਤੀਆਂ ਦਾ ਜਾਪ ਕਰਕੇ ਫਤਿਹ ਗਜਾਈਏ ਜੀ। ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਣਨ। ਹਰ ਜੇਠ ਰੰਗੀਲਾ ਤਿਸ ਧਣੀ, ਜਿਸ ਕੈ ਭਾਗ ਮਥਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।